Welcome to our channel. My name is Savan Kumar. It's Sandeep this side. Ram ji ਸਾਰਿਆਂ ਨੂੰ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. Today we have Palvinder Singh with us, who lives in Patti. We come all the way from Amritsar just to meet him. He has been running his business from last 10 years and he got a good experience which we would like to share with you guys. And I hope that you will get a clarification if you want to start a business. And he will tell you everything from what he went through in all these years, and we will looking forward to see what he is going to tell you. Okay, welcome Mr. Palvinder Singh. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ. Okay, tell us something about yourself. ਹਾਂ, ਮੇਰਾ ਨਾਮ ਹੈ ਜੀ ਪਲਵਿੰਦਰ ਸਿੰਘ. ਮੈਂ ਪੱਟੀ ਸ਼ਹਿਰ ਤੋਂ ਹਾਂ ਜੀ. ਮੇਰੀ ਰੈਡੀਮੇਡ ਗਾਰਮੈਂਟਸ ਦੀ ਸ਼ਾਪ ਹੈ ਗੁਰੂ ਕਿਰਪਾ ਕਲੈਕਸ਼ਨ ਦੇ ਨਾਮ ਤੋਂ ਜੀ. ਮੈਂ ਅੱਜ ਤੋਂ ਕਰੀਬ 10 ਸਾਲ ਪਹਿਲਾਂ ਮਤਲਬ ਮੇਰੀ ਬਹੁਤ ਵੱਡੀ ਸੋਚ ਸੀਗੀ ਕਿ ਮੈਂ ਫੋਰਨ ਦੇ ਵਿੱਚ ਆਪਣੇ ਆਪ ਨੂੰ ਸੈਟਲ ਕਰੂੰਗਾ. ਮੈਂ ਆਸਟ੍ਰੇਲੀਆ ਦਾ ਆਪਣੀ ਲਗਾਇਆ ਸੀਗਾ. ਮੇਰਾ ਮਤਲਬ ਸਾਰਾ ਕੁਝ ਓਕੇ ਹੋ ਗਿਆ ਸੀਗਾ, ਬਟ ਮੇਰੇ ਨਾ ਇੱਕ ਮਾਈਂਡ ਦੇ ਵਿੱਚ ਸੀਗਾ ਕਿ ਮੈਂ ਪਤਾ ਨਹੀਂ ਆਸਟ੍ਰੇਲੀਆ ਵਿੱਚ ਜਾ ਕੇ ਮੈਂ ਆਪਣੇ ਆਪ ਨੂੰ ਕਿੰਨਾ ਕੁ ਜ਼ਿਆਦਾ ਡਿਵੈਲਪ ਕਰੂੰਗਾ ਜਾਂ ਕਿੱਦਾਂ. ਬਟ ਕਹਿੰਦੇ ਹੁੰਦੇ ਨੇ ਕਿ ਜਦੋਂ ਦੂਰ ਦੇ ਢੋਲ ਬੜੇ ਸੁਹਾਵਣੇ ਲੱਗਦੇ ਆ, ਜਦੋਂ ਢੋਲ ਤੁਹਾਡੇ ਗਲ ਵਿੱਚ ਪੈਂਦਾ ਵਾ ਤੇ ਤੁਹਾਨੂੰ ਮਹਿਸੂਸ ਹੁੰਦਾ ਵਾ ਕਿ ਇਹ ਮੇਰਾ ਜਿਹੜਾ ਵਾ ਕਿ ਮੈਂ ਪਤਾ ਨਹੀਂ ਗਲਤ ਕਰ ਰਿਹਾ ਜਾਂ ਸਹੀ ਕਰ ਰਿਹਾ. ਤੋ ਮੈਂ ਇਹ ਸੋਚ ਰੱਖ ਕੇ ਮੈਂ ਪਹਿਲਾਂ ਤਾਂ ਮੇਰਾ ਫੋਰਨ ਦਾ ਸਾਰਾ ਸਰ ਸੀਗਾ, ਬਟ ਉਦੋਂ ਪਤਾ ਨਹੀਂ ਕੀ ਪ੍ਰੋਬਲਮਸ ਆਈਆਂ ਆਸਟ੍ਰੇਲੀਆ ਦੇ ਵਿੱਚ ਕਿ ਆਸਟ੍ਰੇਲੀਆ ਦੇ ਵਿੱਚ ਥੋੜੇ ਦੰਗੇ ਹੋਣੇ ਸਟਾਰਟ ਹੋ ਗਏ. ਹਾਂਜੀ, ਉਸ ਟਾਈਮ ਇਸ ਤਰ੍ਹਾਂ ਦਾ ਕੁਝ ਮੈਟਰ ਹੋਇਆ ਤੇ ਮੇਰੇ ਮਦਰ ਨੇ ਕਿਹਾ ਕਿ ਬੇਟਾ ਆਪਣੀਆਂ ਘਰੇ ਆਪਣੀ ਵੀ ਸ਼ਾਪਸ ਹੈਗੀਆਂ, ਤੂੰ ਲੋਕਾਂ ਦਾ ਕੰਮ ਜਾ ਕੇ ਕਰੇਗਾ, ਕਿਉਂ ਨਾ ਤੂੰ ਆਪਣਾ ਇੱਥੇ ਬਿਜ਼ਨਸ ਕਰਕੇ ਤਾਂ ਦੇਖ. ਮੈਂ ਮਤਲਬ ਇੱਕ ਬੰਦੇ ਦੀ ਆਪਣੀ ਥਿੰਕਿੰਗ ਬਣੀ ਹੁੰਦੀ ਹੈ ਕਿ ਸ਼ਾਇਦ ਅਸੀਂ ਕੰਮ ਕਰਾਂਗੇ ਉਹ ਗਲਤ ਹੋ ਜਾਏਗਾ. ਮਤਲਬ ਅਸੀਂ ਸੋਚਦੇ ਹਾਂ ਕਿ ਜਦੋਂ ਅਸੀਂ ਕਿਸੇ ਦੇ ਥੱਲੇ ਕੰਮ ਕਰਦੇ ਹਾਂ ਤੇ ਉਹ ਸ਼ਾਇਦ ਜ਼ਿਆਦਾ ਬੈਟਰ ਆ ਕਿ ਸਾਨੂੰ, ਜਿਵੇਂ ਅਸੀਂ ਫੋਰਨ ਦੇ ਵਿੱਚ ਸਾਨੂੰ ਸਿਰਫ ਇਹੀ ਹੈ ਕਿ ਸਾਡੇ ਪੇਰੈਂਟਸ ਪੈਸੇ ਲਗਾ ਕੇ ਭੇਜਦੇ ਆ, ਅਸੀਂ ਜਦੋਂ ਉੱਥੇ ਕੰਮ ਕਰਦੇ ਹਾਂ ਤਾਂ ਸਾਨੂੰ ਪਤਾ ਕਿ ਘੰਟੇ ਦੇ ਪੈਸੇ ਆ ਜਾਣੇ ਆ, ਬਟ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈਗਾ. ਉਹ ਵਿਸ਼ਵਾਸ ਕਿਉਂ ਨਹੀਂ ਹੈ? ਕਿਉਂਕਿ ਇੱਥੇ ਤੁਹਾਨੂੰ ਸਿਰਫ ਕੱਲਾ ਹਾਰਡ ਵਰਕ ਨਹੀਂ ਕਰਨਾ ਪੈਂਦਾ, ਤੁਹਾਨੂੰ ਮਾਈਂਡ ਵਰਕ ਵੀ ਕਰਨਾ ਪੈਂਦਾ. ਸੋ ਇਸ ਕਰਕੇ ਉਹਦੇ ਨਾਲ ਮੈਂ ਪਹਿਲਾਂ ਥੋੜਾ ਸੀਗਾ, ਬਟ ਜਦੋਂ ਮੇਰੀ ਮਦਰ ਨੇ ਮੇਰਾ ਸਟੈਂਡ ਲਿਆ ਤੇ ਫਿਰ ਮੈਂ ਆਪਣੀ ਸ਼ਾਪ ਓਪਨ ਕੀਤੀ. ਬਟ ਮੇਨ ਚੀਜ਼ ਆ ਹੈਗੀ ਨਾ ਸਰ, ਦੇਖੋ ਲਾਈਕ ਜੇ ਮੈਂ ਗੱਲ ਕਰਾਂ, ਹਰ ਇੱਕ ਸਟੂਡੈਂਟ ਐਵਰੀਬਾਡੀ ਜਸਟ ਵਾਂਟ ਟੂ ਗੋ ਅਬਰੋਡ ਰਾਈਟ ਨਾਓ. ਜੇ ਅੱਜ ਦੇ ਟਾਈਮ ਦੀ ਗੱਲ ਕਰਾਂ, ਹਰ ਇੱਕ ਬੰਦਾ ਬਾਹਰ ਜਾਣਾ ਚਾਹੁੰਦਾ ਆ, ਬਟ ਤੁਸੀਂ ਉਸ ਟਾਈਮ ਦੇ ਉੱਤੇ ਉਹ ਚੀਜ਼ ਡ੍ਰੌਪ ਕੀਤੀ ਆ ਐਂਡ ਦੈਨ ਤੁਸੀਂ ਆਪਣਾ ਇੱਕ ਬਿਜ਼ਨਸ ਸਟਾਰਟ ਕੀਤਾ ਹੈ, ਸ਼ੁਰੂ ਕਰਨਾ. ਆਹ ਮਾਈਂਡ ਦੇ ਵਿੱਚ ਕਿੱਦਾਂ ਹੈ ਕਿ ਹਾਂ ਹੁਣ ਮੈਂ ਬਿਜ਼ਨਸ ਕਰਦਾ ਹਾਂ, ਕਿਉਂਕਿ ਜੇ ਤੁਸੀਂ ਸੋਚ ਰਹੇ ਸੀਗੇ ਬਾਹਰ ਜਾਣਾ ਤੇ ਇੱਕ ਮੈਂਟੈਲਿਟੀ ਹੋ ਜਾਂਦੀ ਹੈ ਬੰਦੇ ਕਿ ਹਾਂ ਕਿ ਮੈਂ ਜਾ ਕੇ ਜੋਬ ਕਰਨੀ ਆ. ਉਹੀ ਚੀਜ਼ ਇੱਥੇ ਵੀ ਆ ਜਾਂਦੀ ਹੈ ਕਿ ਹਾਂ ਹੁਣ ਜੇ ਮੈਂ ਨਹੀਂ ਬਾਹਰ ਜਾ ਰਿਹਾ ਤੇ ਮੈਂ ਕੋਈ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਜਾਂ ਕਿਤੇ ਜੋਬ ਲੱਭ ਲੈਣਾ ਹੈ ਤਾਂ ਕਿ ਮੇਰੀ ਸਟੇਬਿਲਿਟੀ ਚੱਲਦੀ ਰਹੇ. ਫਿਰ ਤੁਹਾਡੇ ਮਾਈਂਡ ਦੇ ਵਿੱਚ ਆ ਚੀਜ਼ ਕਿਵੇਂ ਹੈ ਕਿ ਨਹੀਂ ਮੈਂ ਜੋਬ ਨਹੀਂ ਕਰਨੀ, ਮੈਂ ਬਿਜ਼ਨਸ ਹੀ ਕਰਨਾ ਹੈ? ਸਰ, ਜੋਬ ਇੱਕ ਇਹੋ ਜਿਹੀ ਸਿਸਟਮ ਹੈ ਕਿ ਜੋਬ ਦੇ ਵਿੱਚ ਤੁਸੀਂ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਦੇ ਹੋ. ਬਿਲਕੁਲ. ਬਟ ਸਾਡੇ ਲੋਕਾਂ ਦੀ ਮੈਂਟੈਲਿਟੀ ਇਹੀ ਸਿਸਟਮ ਬਣ ਗਿਆ ਹੈ ਕਿ ਲੋਕ ਇੱਥੇ ਪੰਜਾਬ ਦੇ ਵਿੱਚ ਵੀ ਲੋਕ ਕਿਸੇ ਦੇ ਥੱਲੇ ਲੱਗ ਕੇ ਕੰਮ ਨਹੀਂ ਕਰਨਾ ਚਾਹੁੰਦੇ, ਬਟ ਬਾਹਰ ਜਾ ਕੇ ਉਹਨਾਂ ਨੂੰ ਰੈਸਟੋਰੈਂਟ ਲਾਈਨ ਦੇ ਵਿੱਚ ਜਾਂ ਹੋਰ ਕਿਸੇ ਲਾਈਨ ਦੇ ਵਿੱਚ ਉਹ ਕਿਸੇ ਦੇ ਥੱਲੇ ਲੱਗ ਕੇ ਹੀ ਕੰਮ ਕਰਦੇ ਆ. ਬਟ ਇੱਕ ਬਿਜ਼ਨਸ ਹੀ, ਚਾਹੇ ਤੁਸੀਂ ਰੇਹੜੀ ਵੀ ਲਗਾ ਲਓ, ਚਾਹੇ ਤੁਸੀਂ ਕੁਝ ਛੋਟਾ ਮੋਟਾ ਕੋਈ ਵੀ ਬਿਜ਼ਨਸ ਕਰ ਲਓ, ਤੁਹਾਡਾ ਆਪਣਾ ਵਾ ਕਿ ਤੁਹਾਡਾ ਆਪਣਾ ਮਾਈਂਡ ਸੈਟ ਆ ਕਿ ਮੈਂ ਇਹਦਾ ਓਨਰ ਆ. ਬਿਲਕੁਲ. ਕਿ ਤੁਹਾਨੂੰ ਕੋਈ ਪੁੱਛਣ ਗਿੱਛਣ ਵਾਲਾ ਨਹੀਂ ਹੈਗਾ ਕਿ ਤੁਹਾਡਾ ਕੀ ਇਨਕਮ ਆ, ਕੀ ਆ, ਤੁਸੀਂ ਘੱਟ ਕਮਾਉਂਦੇ ਹੋ ਬਟ ਤੁਹਾਡੀ ਆਪਣੀ ਆ. ਸੋ ਇਸੇ ਕਰਕੇ ਮੈਂ ਸੋਚਿਆ ਕਿ ਜੋ ਵੀ ਕਰੂੰਗਾ ਮੈਂ ਆਪਣਾ ਕਰੂੰਗਾ. ਮੈਂ ਜੋਬ ਵੱਲ ਸਰ ਮੇਰੇ ਕੋਈ ਥਿੰਕਿੰਗ ਹੀ ਨਹੀਂ ਸੀ. ਮੈਨੂੰ ਇਹ ਸੀ ਕਿ ਜੋ ਵੀ ਕਰਾਂ ਮੈਂ ਆਪਣਾ ਕਰਾਂ. ਸੋ ਇਹ ਚੀਜ਼ ਆ ਜਾਂਦੀ ਹੈ ਨਾ ਸਰ, ਜਿਸ ਤਰ੍ਹਾਂ ਅਸੀਂ ਲਾਸਟ ਵੀਡੀਓ 'ਚ ਵੀ ਆ ਚੀਜ਼ ਡਿਸਕਸ ਕੀਤੀ ਕਿ ਐਵਰੀਬਾਡੀ ਜਸਟ ਵਾਂਟ ਟੂ ਬੀ ਅ ਸਲੇਵ, ਦੇ ਕੈਨ ਨਾਟ ਵਾਂਟ ਟੂ ਬੀ ਅ ਬੌਸ. ਬਟ ਇਹਨਾਂ ਦੀ ਉਹ ਮੈਂਟੈਲਿਟੀ ਨਹੀਂ ਸੀ ਕਿ ਜੇ ਦੇਖਿਆ ਜਾਏ ਤਾਂ ਦੇ ਜਸਟ ਵਾਂਟ ਟੂ ਬੀ ਦੇਅਰ ਓਨ ਬੌਸ. ਉਹ ਆਪਣਾ ਬਿਜ਼ਨਸ ਰਨ ਕਰਨਾ ਚਾਹੁੰਦੇ ਸੀ. ਉਹ ਕੀ ਸੁਣਨਾ ਚਾਹੁੰਦੇ ਸੀ ਕਿ ਵਰਡ ਸਰ ਮੈਂ ਆ ਚੀਜ਼ ਕਰ ਰਹਾ. ਦੇ ਜਸਟ ਵਾਂਟ ਟੂ ਗਿਵ ਪਰਮਿਸ਼ਨਸ ਟੂ ਦੀ ਅਦਰ ਪਰਸਨ ਕਿ ਇਫ ਦੇ ਵਾਂਟ ਟੂ ਰਨ ਦ ਬਿਜ਼ਨਸ, ਦੇ ਜਸਟ ਵਾਂਟ be their own boss, they just want to sit on a place ਜਿੱਥੇ ਉਹ ਬੈਠਣ, ਸਾਰੇ ਰਿਸਪੈਕਟਿਵਲੀ ਆਉਣ ਤੇ ਉਹ ਚੀਜ਼ ਕਰਨ. ਹੁਣ ਇਹਦੇ ਸੈਕਿੰਡ ਚੀਜ਼ ਆਇਆ ਸਰ, ਜਦੋਂ ਤੁਸੀਂ ਬਿਜ਼ਨਸ ਸ਼ੁਰੂ ਕੀਤਾ ਹੈ, ਲਾਈਕ ਉਸ ਟਾਈਮ ਦੇ ਉੱਤੇ ਜੇ ਮੈਂ ਗੱਲ ਕਰਾਂ ਇੱਕ ਮੈਂਟੈਲਿਟੀ ਹੋ ਜਾਂਦੀ ਹੈ ਕਿ ਹਾਂ ਇੰਨਾ ਪੈਸਾ ਇਨਵੈਸਟ ਕਰਨਾ ਪਊਗਾ ਬਿਜ਼ਨਸ ਦੇ ਵਿੱਚ. ਉਸ ਟਾਈਮ ਨੂੰ ਲੈ ਕੇ ਤੇ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕੀ ਡਿਫਰੈਂਸ ਹੈਗਾ ਵਾ ਕਿ ਉਸ ਟਾਈਮ 'ਚ ਜ਼ਿਆਦਾ ਇਨਵੈਸਟ ਕਰਨਾ ਪੈਂਦਾ ਸੀ ਜਾਂ ਘੱਟ, ਜਾਂ ਅੱਜ ਦੇ ਟਾਈਮ ਦੇ ਉੱਤੇ ਬਿਜ਼ਨਸ ਸ਼ੁਰੂ ਕਰਨ ਵਾਸਤੇ ਘੱਟ ਇਨਵੈਸਟ ਕਰਨਾ ਪੈਂਦਾ ਜਾਂ ਜ਼ਿਆਦਾ ਇਨਵੈਸਟ ਕਰਨਾ ਪੈਂਦਾ? ਸਰ ਮੇਰੇ ਅਕੋਰਡਿੰਗ ਮਤਲਬ ਜੋ ਉਹ ਵਾਲਾ ਸਮਾਂ ਸੀਗਾ ਉਸ ਟਾਈਮ ਤੇ ਤੁਹਾਨੂੰ ਫੁੱਲ ਇਨਵੈਸਟਮੈਂਟ ਕਰਨੀ ਪੈਂਦੀ ਸੀ ਕਿ ਉਦੋਂ ਉਹ ਮਤਲਬ ਆਨਲਾਈਨ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਬਿਜ਼ਨਸ ਨਹੀਂ ਸੀਗਾ. ਹੁਣ ਤਾਂ ਮੇਰੇ ਖਿਆਲ ਨਾਲ ਤੁਸੀਂ ਬਿਲਕੁਲ ਘੱਟ ਪੈਸਿਆਂ ਦੇ ਵਿੱਚ ਆਨਲਾਈਨ ਸਿਸਟਮ ਬਹੁਤ ਮਤਲਬ ਸੋਸ਼ਲ ਮੀਡੀਆ ਤੇ ਇੰਨਾ ਕੁਝ ਹੈਗਾ ਕਿ ਤੁਹਾਡੇ ਕੋਲ
ਇੱਕ ਤੁਸੀਂ ਲਗਾ ਲਓ ਕਿ ਪੈਨ ਵੀ ਹੈ ਨਾ, ਤੁਸੀਂ ਆਨਲਾਈਨ ਤੁਸੀਂ ਆਪਣੀ ਫੇਸਬੁੱਕ ਜਾਂ ਇੰਸਟਾ ਜਾਂ YouTube ਤੇ ਤੁਸੀਂ ਉਹਨੂੰ ਮਤਲਬ ਉਹਨੂੰ ਵੇਚ ਸਕਦੇ ਜੇ, ਤੁਹਾਡੇ 'ਚ ਮਤਲਬ ਇੰਨੀ ਕੁ ਮੈਂਟੈਲਿਟੀ ਹੋਣੀ ਚਾਹੀਦੀ, ਕੈਪੇਬਿਲਿਟੀ ਦੇ ਨਾਲ ਤੁਸੀਂ ਉਹਨੂੰ ਵੇਚ ਸਕਦੇ ਜੇ। ਬਟ ਉਸ ਟਾਈਮ ਦੇ ਮਤਲਬ ਇਹ ਸੀਗਾ ਕਿ ਸੋਸ਼ਲ ਮੀਡੀਆ ਦਾ ਇੰਨਾ ਯੁੱਗ ਨਹੀਂ ਸੀਗਾ। ਸਾਨੂੰ ਦੱਸ ਸਕਦੇ ਕਿਸ ਤਰ੍ਹਾਂ ਮਤਲਬ ਵੇਚ ਸਕਦੇ ਹੋ ਤੁਸੀਂ? ਸਰ ਮਤਲਬ ਕੋਈ ਵੀ ਚੀਜ਼ ਆ, ਲਗਾ ਲਓ ਕਿ ਮਤਲਬ ਉਹਦੀ ਕੁਆਲਿਟੀ ਆ, ਲਗਾ ਲਓ ਇੱਕ ਪੈਨ ਹੀ ਆ, ਪੈਨ ਤੁਸੀਂ ਮਾਰਕੀਟ ਦੇ ਵਿੱਚ 10 ਰੁਪਏ ਦਾ ਲੈ ਕੇ ਆ ਰਹੇ ਹੋ, ਉਹਦੇ ਵਿੱਚ ਦੁਕਾਨਦਾਰ ਨੂੰ ਵੀ ਇੱਕ ਬੈਨੀਫਿਟ ਹੋਇਆ ਹੋਏਗਾ, ਇੱਕ ਜੋ ਪਿੱਛੇ ਬਣਾਉਣ ਵਾਲਾ ਵਾ ਉਹਨੂੰ ਵੀ ਬੈਨੀਫਿਟ ਆ, ਉਸ ਤੋਂ ਅੱਗੇ ਜਿਹੜਾ ਫੈਕਟਰੀ ਤੋਂ ਜਦੋਂ ਬਾਹਰ ਨਿਕਲਦਾ ਉਹਨੂੰ ਵੀ। ਜਦੋਂ ਤੁਸੀਂ ਡਾਇਰੈਕਟਲੀ ਫੈਕਟਰੀ ਤੋਂ ਲੈ ਕੇ, ਤੁਹਾਨੂੰ ਕੋਈ ਦੁਕਾਨ ਦਾ ਖਰਚਾ ਨਹੀਂ ਪੈ ਰਿਹਾ, ਤੁਹਾਨੂੰ ਕੁਝ ਨਹੀਂ, ਤੁਸੀਂ ਸਿੱਧਾ ਮਤਲਬ ਆਨਲਾਈਨ ਉਹਨੂੰ 8 ਰੁਪਏ ਦਾ ਵੇਚੋਗੇ, ਕਸਟਮਰ ਨੂੰ ਵੀ ਫਾਇਦਾ ਤੇ ਤੁਹਾਡਾ ਆਟੋਮੈਟਿਕ ਵਿਕ ਜਾਏਗਾ ਸਰ। ਉਹਦੇ 'ਚ ਤੁਹਾਡੀ ਇਨਵੈਸਟਮੈਂਟ ਘੱਟ ਗਈ ਹੋਏਗੀ, ਤੁਹਾਨੂੰ 10 ਪੈਨ ਖਰੀਦਣ ਦੀ ਲੋੜ ਨਹੀਂ ਪਈ, ਤੁਸੀਂ ਇੱਕ ਹੀ ਲੈ ਕੇ ਇੱਕ ਹੀ ਵੇਚਤਾ। ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਮਤਲਬ ਅੱਜ ਤੋਂ 10 ਸਾਲ ਪਹਿਲਾਂ ਦਾ ਇਹ ਟਾਈਮ ਹੁੰਦਾ ਸੀ, ਤੁਹਾਨੂੰ ਆਪਣਾ ਆਊਟਲੈਟ ਓਪਨ ਕਰਨਾ ਪੈਂਦਾ ਸੀ ਔਰ ਮਾਲ ਤੁਹਾਨੂੰ ਰਿਜ਼ਰਵ ਕਰਨਾ ਪੈਂਦਾ ਸੀ ਤਾਂ ਤੁਸੀਂ ਮਾਰਕੀਟ 'ਚ ਵੇਚਦੇ ਸੀ। ਬਟ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਮਾਰਕੀਟ 'ਚ ਕੰਪਨੀ 'ਚੋਂ ਮਾਲ ਤਦ ਹੀ ਚੱਕੋ ਜਦੋਂ ਤੁਹਾਨੂੰ ਅੱਗੋਂ ਆਰਡਰਸ ਮਿਲ ਰਹੇ। ਤੁਹਾਨੂੰ ਮਤਲਬ ਸਿਰਫ ਆਪਣੀ ਇੱਕ ਵੈਬਸਾਈਟ ਬਣਾ ਲਓ ਜਾਂ ਆਪਣਾ ਇੱਕ ਮੀਡੀਅਮ ਬਣਾ ਲਓ ਜਿੱਥੇ ਤੁਸੀਂ ਡਿਸਪਲੇ ਕਰ ਸਕੋ ਔਰ ਜਦੋਂ ਤੁਹਾਨੂੰ ਆਰਡਰ ਆਏਗਾ ਤੁਸੀਂ ਕੰਪਨੀ ਤੋਂ ਮਾਲ ਚੱਕ ਸਕਦੇ ਹੋ। ਤੁਹਾਡਾ ਕਹਿਣ ਦਾ ਮਤਲਬ ਉਹੀ ਚੀਜ਼ ਆ ਗਈ ਕਿ ਇਸ ਟਾਈਮ ਅੱਜ ਦਾ ਟਾਈਮ ਇੰਨਾ ਜ਼ਿਆਦਾ ਕੰਫਰਟੇਬਲ ਹੋ ਗਿਆ, ਇਹਨਾਂ ਕੰਫਰਟ ਜ਼ੋਨ ਦੇਤਾ ਆ ਕਸਟਮਰਸ ਨੇ ਵੀ, ਜਾਂ ਕਹਿ ਸਕਦੇ ਹੋ ਇੱਕ ਮਾਰਕੀਟ ਨੇ ਵੀ ਇੰਨਾ ਕੰਫਰਟ ਜ਼ੋਨ ਦੇਤਾ ਹਰ ਇੱਕ ਬੰਦੇ ਨੂੰ ਜੋ ਬਿਜ਼ਨਸ ਕਰਨਾ ਚਾਹੁੰਦਾ ਹੈ। ਜੇ ਉਹਨੇ ਕਲੋਥਿੰਗ ਦੇ ਵਿੱਚ, ਜਿੱਦਾਂ ਭਾਜੀ ਦਾ ਕਲੋਥਿੰਗ ਦਾ ਕੰਮ ਹੈ, ਜੋ ਕਲੋਥਿੰਗ ਦੇ ਵਿੱਚ ਕੰਮ ਕਰਨਾ ਚਾਹੁੰਦਾ ਹੈ ਉਹ ਡਾਇਰੈਕਟ ਮਾਰਕੀਟ ਕੰਪਨੀਜ਼ ਨੂੰ, ਡਾਇਰੈਕਟ ਕੰਪਨੀਜ਼ ਨਾਲ ਟਾਈ ਅਪ ਕਰ ਸਕਦਾ ਹੈ ਕਿ ਹਾਂ ਮੈਂ ਤੁਹਾਡਾ ਇੰਨਾ ਸਟਾਕ ਕਲੀਅਰ ਕਰਵਾ ਦੂੰਗਾ, ਜਦੋਂ ਮੈਨੂੰ ਆਰਡਰ ਆਏਗਾ ਮੈਂ ਨਾਲ ਦੇ ਨਾਲ ਤੁਹਾਡੇ ਤੋਂ ਆਰਡਰ ਚੱਕ ਕੇ ਤੁਹਾਨੂੰ ਪੇਮੈਂਟ ਕਰ ਦੂੰਗਾ, ਜਿੰਨਾ ਪ੍ਰੋਫਿਟ ਹੈ ਮੇਰੇ ਕੋਲ ਆ ਗਿਆ। ਸੋ ਇਟਸ ਅ ਗ੍ਰੇਟ ਓਪਰਚੁਨਿਟੀ ਫॉर द ਪੀਪਲ ਜਿਨੇ ਬਿਜ਼ਨਸ ਸ਼ੁਰੂ ਕਰਨਾ ਇਸ ਚੀਜ਼ ਦੇ ਵਿੱਚ ਕਿ ਉਹ ਡਾਇਰੈਕਟਲੀ ਮਾਰਕੀਟਸ ਨੂੰ ਫੋਕਸ ਕਰ ਸਕਦਾ ਹੈ, ਨਾ ਕਿ ਸਿਰਫ ਕਲਾਇੰਟਸ ਨੂੰ। ਉਹਦੀ ਅਨਦਰ ਸਾਈਡ 'ਤੇ ਮੈਂ ਗੱਲ ਕਰਾਂ ਸਰ, ਜਦੋਂ ਤੁਸੀਂ ਇਹ ਬਿਜ਼ਨਸ ਸਟਾਰਟ ਕੀਤਾ ਸੀਗਾ ਉਸ ਐਟ ਦੈਟ ਟਾਈਮ ਕਾਫੀ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਆ, ਕਈ ਵਾਰੀ ਅਪ ਐਂਡ ਡਾਊਨਸ ਹੁੰਦੇ ਆ, ਪ੍ਰੋਫਿਟਸ ਹੁੰਦੇ ਆ, ਲਾਸ ਹੁੰਦੇ ਆ, ਉਸ ਚੀਜ਼ਾਂ ਦਾ ਤੁਸੀਂ ਕਿੱਦਾਂ ਫੇਸ ਆਊਟ ਕੀਤਾ ਹੈ ਸਾਰਾ? ਮੇਰੇ ਖਿਆਲ ਨਾਲ ਸਰ ਸਭ ਤੋਂ ਵੱਡੀ ਤੁਹਾਨੂੰ ਪ੍ਰੋਬਲਮਸ ਇਹ ਆਉਂਦੀਆਂ ਕਿ ਜਦੋਂ ਤੁਸੀਂ ਕਿਸੇ ਵੀ ਨਵੀਂ ਲਗਾ ਲਓ ਨਵੇਂ ਬਿਜ਼ਨਸ ਵਿੱਚ ਪੈਂਦੇ ਹੋ, ਤੁਹਾਨੂੰ ਉਹਦੀ ਕੋਈ ਨੌਲੇਜ ਨਹੀਂ ਹੁੰਦੀ। ਬਿਲਕੁਲ। ਤੇ ਜੇ ਨੌਲੇਜ ਦੀ ਗੱਲ ਕਰਾਂ ਕਿ ਜਦੋਂ ਅਸੀਂ ਫੋਰਨ ਦੇ ਵਿੱਚ ਜਾਂਦੇ ਹਾਂ ਤੇ ਸਾਨੂੰ ਕਿਹੜੀ ਨੌਲੇਜ ਨਾਲ ਅਸੀਂ ਜਾਂਦੇ ਹਾਂ? ਬਿਲਕੁਲ ਸਹੀ ਗੱਲ। ਮਤਲਬ ਅਸੀਂ ਲਗਾ ਲਓ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਗੱਲ ਕਰੀਏ ਕਿ ਬੱਚੇ ਫੋਰਨ ਦੇ ਵਿੱਚ ਜਾ ਰਹੇ ਆ, ਉਹਨਾਂ ਨੂੰ ਇੰਨਾ ਕੁ ਜ਼ਿਆਦਾ ਅਬਰੋਡ ਦਾ ਸ਼ੌਂਕ ਹੈ ਕਿ ਉਹ 20 ਤੋਂ 25 ਲੱਖ ਰੁਪਏ ਲਗਾ ਕੇ ਜਾ ਰਹੇ ਆ, ਬਟ ਉਹਨਾਂ ਨੂੰ ਅੱਗੇ ਜਾ ਕੇ ਕੁਝ ਫਿਊਚਰ ਪਲਾਨ ਨਹੀਂ ਹੈਗਾ ਕਿ ਸਾਨੂੰ ਜਾਂਦੇ ਆ 25 ਲੱਖ ਦਾ ਸਾਨੂੰ ਕਿੰਨਾ ਮਤਲਬ ਬੈਕਅਪ ਆਈ ਜਾਏਗਾ। ਹਾਂ ਹਾਂਜੀ, ਤੇ ਉਹਦਾ ਮਤਲਬ ਉਹੀ ਚੀਜ਼ ਜੇ ਅਸੀਂ 25 ਲੱਖ ਨਹੀਂ ਮੈਂ ਗੱਲ ਕਰਦਾ, ਜੇ ਤੁਸੀਂ ਉਹੀ 25,000 2.5 ਲੱਖ ਦੇ ਨਾਲ ਤੁਸੀਂ ਆਪਣੇ ਕਿਸੇ ਵੀ ਛੋਟੇ ਮੋਟੇ ਕਸਬੇ ਜਾਂ ਛੋਟੇ ਮੋਟੇ ਸ਼ਹਿਰ ਦੇ ਵਿੱਚ ਤੁਸੀਂ ਕੰਮ ਕਰੋ, ਆਫਲਾਈਨ ਕੰਮ ਕਰ ਲਓ, ਤੇ ਤੁਹਾਡਾ ਮੇਰੇ ਖਿਆਲ ਨਾਲ ਸਿਰਫ ਇਹ ਕਿ ਤੁਹਾਡਾ ਹਾਰਡ ਵਰਕ ਨਹੀਂ ਤੁਹਾਨੂੰ ਚਾਹੀਦਾ, ਤੁਹਾਨੂੰ ਮਾਈਂਡ ਵਰਕ ਨਾਲ ਕੰਮ ਕਰਨਾ ਚਾਹੀਦਾ, ਤੁਹਾਨੂੰ ਸਮਾਰਟ ਵਰਕ ਦੇ ਨਾਲ। ਅੱਜ ਦਾ ਯੁੱਗ ਹੈਗਾ ਸਮਾਰਟ ਵਰਕ ਨਾਲ ਤੁਸੀਂ ਕੋਈ ਵੀ ਬਿਜ਼ਨਸ ਕਰੋ ਤਾਂ ਤੁਸੀਂ ਬੜੀ ਜਲਦੀ ਗਰੋ ਕਰੋਗੇ, ਕਿਉਂਕਿ ਫੋਰਨ ਦੇ ਵਿੱਚ ਵੀ ਤਾਂ ਸਾਰੀਆਂ ਕੰਪਨੀਆਂ ਸਮਾਰਟ ਵਰਕ ਨਾਲ ਹੀ ਚੱਲਦੀਆਂ ਪਈਆਂ ਨਾ। ਤੇ ਅਗਰ ਤੁਸੀਂ ਬਿਜ਼ਨਸ ਸਟਾਰਟ ਕਰ ਰਹੇ ਹੋ ਤਾਂ ਤੁਹਾਡੀ ਕੀ ਸੁਜੈਸ਼ਨ ਹੈ ਲੋਕਾਂ ਨੂੰ? ਵਾਟ ਆਰ ਦ ਸਟ੍ਰੈਟਜੀਜ਼ ਵਿਚ ਅ ਪਰਸਨ ਨੀਡ ਟੂ ਟੇਕ ਇਨ ਅ ਮਾਈਂਡ? ਸਰ ਸਟ੍ਰੈਟਜੀ ਮਤਲਬ ਇਹੀ ਹੈ ਕਿ ਲੋਕ ਜਦੋਂ ਵੀ ਕੋਈ ਆਪਣਾ ਬਿਜ਼ਨਸ ਬਾਰੇ ਸੋਚਣ, ਪਹਿਲਾਂ ਉਹ ਆਪਣੇ ਮਾਈਂਡ ਦੇ ਵਿੱਚ ਲੈ ਕੇ ਚੱਲਣ ਅਸੀਂ ਕਰਨਾ ਕੀ ਚਾਹੁੰਦੇ ਹਾਂ, ਕਿ ਮਤਲਬ ਸਾਡੀ ਕਿੰਨੀ ਕੁ ਅਸੀਂ ਸਟਾਰਟਿੰਗ ਤੋਂ ਅਸੀਂ ਮਤਲਬ ਸਾਡੀ ਕਿੰਨੀ ਕੁ ਇਨਕਮ ਨਾਲ ਅਸੀਂ ਆਪਣਾ ਘਰ ਚਲਾ ਸਕਦੇ ਹਾਂ, ਕਿੰਨਾ, ਕਿਉਂਕਿ ਦੇਖੋ ਪ੍ਰਮਾਤਮਾ ਤੁਹਾਨੂੰ ਓਨਾ ਕੀ ਦਿੰਦਾ ਜਿੰਨੀ ਕੁ ਤੁਹਾਡੀ ਸੋਚ ਹੋਵੇ, ਜਿੱਡੀ ਕੁ ਤੁਹਾਡੀ ਸੋਚ ਹੋਏਗੀ ਤੁਸੀਂ ਉਸ ਤਰ੍ਹਾਂ ਦਾ ਹੀ ਬਿਜ਼ਨਸ ਸਟਾਰਟ ਕਰਨਾ ਚਾਹੋਗੇ। ਜਦੋਂ ਤੁਸੀਂ ਦੇਖੋ ਜਦੋਂ ਤੁਸੀਂ ਤੁਹਾਡੀ ਸੋਚ 10,000 ਦੀ ਹੋਏਗੀ ਨਾ, ਪ੍ਰਮਾਤਮਾ ਤੁਹਾਨੂੰ ਆਟੋਮੈਟਿਕ ਹੀ ਤੁਹਾਨੂੰ 10,000 ਤੇ ਲੈ ਕੇ ਆਏਗਾ। ਜੇ ਤੁਹਾਡੀ ਸੋਚ ਲੱਖ ਰੁਪਏ ਦੀ ਹੋਏਗੀ, ਤੁਹਾਨੂੰ ਪ੍ਰਮਾਤਮਾ ਆਟੋਮੈਟਿਕ ਤੁਹਾਡੀ ਮਾਈਂਡ ਦੇ ਵਿੱਚ ਸੈਟਅਪ ਉਦਾਂ ਦਾ ਬਣਾ ਦੇਗਾ ਕਿ ਤੁਸੀਂ ਉਦਾਂ ਦੇ ਬਿਜ਼ਨਸ ਬਾਰੇ ਸੋਚਣ ਲੱਗ ਜਾਓਗੇ। ਕਿ ਮਤਲਬ ਮੇਰੀ ਥਿੰਕਿੰਗ ਇਹੀ ਹੈ ਕਿ ਜੇ ਤੁਸੀਂ ਜਿਸ ਤਰ੍ਹਾਂ ਦਾ ਵੀ ਸੋਚਦੇ ਹੋ, ਜੇ ਤੁਹਾਡੀ ਥਿੰਕਿੰਗ ਆ ਨਾ ਕਿ ਯਾਰ ਮੈਂ ਕੰਮ ਕਰਨਾ ਚਾਹੁੰਦਾ ਕਿ ਮੈਂ 20,000 ਰੁਪਇਆ, ਜਿਵੇਂ ਲੋਕ ਕੁਵੈਤ, ਦੁਬਈ ਇੱਧਰਲੇ ਦੇਸ਼ਾਂ 'ਚ ਜਾਂਦੇ ਆ, ਯਾਰ ਤੁਸੀਂ ਇੱਧਰ ਰੇਹੜੀ ਲਗਾ ਲਓ, ਤੁਸੀਂ ਇੱਧਰ ਛੋਟਾ ਮੋਟਾ ਕੋਈ ਕੰਮ, ਯਾਰ ਯੂਪੀ ਬਿਹਾਰ ਤੋਂ ਆ ਕੇ ਲੋਕ ਇੱਥੇ ਆ ਕੇ, ਮੈਂ ਖੁਦ ਦੇਖਿਆ ਸਰ 5-5 6-6 ਲੱਖ 10-10 ਲੱਖ ਰੁਪਏ ਦੀਆਂ ਕਮੇਟੀਆਂ ਤਾਰਦੇ ਪਏ ਆ ਮਹੀਨੇ ਦਾ, ਮਤਲਬ ਕਿ 50,000 ਤੋਂ 70,000 ਕਮੇਟੀ ਤਾਰਦੇ ਹੋ। ਤੇ ਜੇ ਉਹ ਲੋਕ ਕਰ ਸਕਦੇ ਤੇ ਸਾਡੇ ਲੋਕ ਕਿਉਂ ਨਹੀਂ ਸਕਸੈਸ ਹੋ ਸਕਦੇ? ਮੈਂਟੈਲਿਟੀ ਦੀ ਗੱਲ ਆ ਜਾਂਦੀ ਹੈ ਕਿ ਮੈਂਟੈਲਿਟੀ ਲੋਕਾਂ ਦੀ ਇਦਾਂ ਦੀ ਹੋ ਗਈ ਹੈ ਕਿ ਹਾਂ ਅਸੀਂ ਛੋਟਾ ਕੰਮ ਨਹੀਂ ਕਰਨਾ ਚਾਹਣਾ। ਮਤਲਬ ਜੇ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀਆਂ ਦਾ ਇੰਨਾ ਸਿਸਟਮ ਹੋ ਗਿਆ ਹੈ ਕਿ ਉਹ ਛੋਟੇ ਕੰਮ ਨੂੰ ਹੱਥ ਨਹੀਂ ਪਾਉਣਾ ਚਾਹੁੰਦੇ। ਦੇ ਜਸਟ ਵਾਂਟ ਟੂ ਪੁੱਟ ਅ ਗ੍ਰੇਟ ਐਮਪਾਇਰ, ਦੇ ਜਸਟ ਵਾਂਟ ਟੂ ਬਿਲਡ ਅ ਗ੍ਰੇਟ ਐਮਪਾਇਰ ਐਂਡ ਆਫਟਰ ਦੈਟ ਦੇ ਜਸਟ ਵਾਂਟ ਟੂ ਸਿਟ ਓਵਰ देयर।
ਬਟ ਉਹਨਾਂ ਨੂੰ ਆਹ ਨਹੀਂ ਚੀਜ਼ ਦਾ ਮਤਲਬ ਹੈਗਾ ਕਿ ਉਹ ਇੰਪਾਇਰ ਖੜਾ ਕਿੱਦਾਂ ਕਰਨਾ ਹੈ। ਡਾਇਰੈਕਟ ਖੜਾ ਕਰ ਲਿਆ, ਬਟ ਉਹੀ ਚੀਜ਼ ਉਹ ਕਹਿੰਦੇ ਜਿਸ ਸੇ ਡਾਇਰੈਕਟ ਉੱਤੇ ਨਹੀਂ ਜਾਣ ਦੀ ਕੋਸ਼ਿਸ਼ ਕਰਦੇ ਹੋ ਤੁਹਾਨੂੰ ਇੱਕ ਵਾਰੀ ਡਿੱਗਣਾ ਵੀ ਪੈਂਦਾ ਆ। ਬਟ ਜਦੋਂ ਤੁਸੀਂ ਸਟੈਪ ਬਾਈ ਸਟੈਪ ਉਸ ਚੀਜ਼ ਨੂੰ ਅਚੀਵ ਕਰਦੇ ਹੋ, ਉਹਦੀ ਸਕਸੈਸ ਵੀ ਜ਼ਿਆਦਾ ਵਧੀਆ ਹੁੰਦੀ ਹੈ ਤੇ ਉਹਦੀ ਲਾਊਡਨੈਸ ਵੀ ਜ਼ਿਆਦਾ ਵਧੀਆ ਹੋ ਜਾਂਦੀ ਹੈ। ਬਟ ਔਨ ਦੀ ਅਦਰ ਸਾਈਡ ਜੇ ਮੈਂ ਗੱਲ ਕਰਾਂ ਸਰ, ਜੇ ਕਲੋਥਿੰਗ ਦੇ ਬਿਜ਼ਨਸ ਦੇ ਵਿੱਚ ਹੀ ਮੈਂ ਗੱਲ ਕਰਾਂ ਜਾਂ ਕਿਸੇ ਵੀ ਬਿਜ਼ਨਸ ਦੇ ਵਿੱਚ ਗੱਲ ਕਰਾਂ, ਮੈਂ ਅੱਜ ਦੇ ਟਾਈਮ ਦੇ ਵਿੱਚ ਮੈਂਟੈਲਿਟੀ ਕੀ ਹੋ ਜਾਂਦੀ ਹੈ ਕਿ ਹਾਂ ਜੇ ਮੈਂ ਬਿਜ਼ਨਸ ਕੋਈ ਕਰ ਰਿਹਾ ਵਾਂ, ਮੈਨੂੰ ਪ੍ਰੋਫਿਟ ਹੋਇਆ ਵਾ, ਲੋਸ ਹੋਇਆ ਵਾ, ਬਟ ਔਨ ਦੀ ਅਦਰ ਸਾਈਡ ਇੱਕ ਹੋਰ ਮੈਂਟੈਲਿਟੀ ਚੱਲਦੀ ਹੈ ਕਿ ਹਾਂ ਮੈਨੂੰ ਸਟੇਬਿਲਿਟੀ ਕਿੰਨਾ ਟਾਈਮ ਦੇਣਾ ਪਊਗਾ ਬਿਜ਼ਨਸ ਦੇ ਵਿੱਚ। ਬਿਕੋਜ਼ ਅੱਜ ਦੇ ਟਾਈਮ ਦੇ ਉੱਤੇ ਜੇ ਮੈਂ ਗੱਲ ਕਰਾਂ, ਕਿਸੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਹਾਂ ਉਹ ਜ਼ਿਆਦਾ ਦੇਰ ਤੱਕ ਬੈਠਾ ਰਹੇ, 2 ਸਾਲ 3 ਸਾਲ 4 ਸਾਲ ਬੈਠੇ, ਇੰਨਾ ਟਾਈਮ ਨਹੀਂ ਹੁੰਦਾ ਕਿਸੇ ਕੋਲ। ਸੋ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਲਾਈਕ ਜੇ ਕੋਈ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ, ਉਹਨੂੰ ਕਿੰਨਾ ਟਾਈਮ ਵੇਟ ਕਰਨੀ ਚਾਹੀਦੀ ਹੈ ਉਸ ਚੀਜ਼ ਨੂੰ ਲੈ ਕੇ ਕਿ ਹਾਂ ਬਿਜ਼ਨਸ ਸਟੇਬਿਲਿਟੀ ਕਦੋਂ ਤੱਕ ਆ ਜਾਊਗੀ ਮੇਰੀ? ਸਰ ਮੇਰੇ ਖਿਆਲ ਦੇ ਨਾਲ ਦੇਖੋ, ਜਦੋਂ ਅਸੀਂ ਕੋਈ ਵੀ ਮਤਲਬ ਆਪਣਾ ਨਵਾਂ ਬਿਜ਼ਨਸ ਜਾਂ ਕੋਈ ਵੀ ਕੰਮ ਕਰਦੇ ਹਾਂ ਤਾਂ ਅਸੀਂ ਪਹਿਲਾਂ 6 ਮਹੀਨੇ ਜਾਂ ਸਾਲ ਤਾਂ ਪਹਿਲਾਂ ਹੀ ਸੋਚਣਾ ਸਟਾਰਟ ਕਰਦੇ ਹਾਂ ਕਿ ਮੈਂ ਇਹ ਕੰਮ ਸਟਾਰਟ ਕਰਨਾ। ਬਿਲਕੁਲ। ਜਦੋਂ ਤੁਸੀਂ ਕੋਈ ਨਵਾਂ ਬਿਜ਼ਨਸ ਕਰ ਲੈਂਦੇ ਹੋ ਤਾਂ ਤੁਹਾਨੂੰ 1 ਸਾਲ, ਮੈਂ ਜ਼ਿਆਦਾ ਟਾਈਮ ਨਹੀਂ ਕਹਿੰਦਾ, 1 ਸਾਲ ਤੁਸੀਂ ਉਹਦੇ ਤੇ ਪੂਰੀ ਨਿਗਾਹ ਲਗਾ ਕੇ ਤੁਸੀਂ ਆਪਣਾ ਵਰਕ ਸਟਾਰਟ ਕਰਤਾ, ਤਾਂ ਉਸ ਤੋਂ ਬਾਅਦ ਤੁਹਾਨੂੰ ਬਿਲਕੁਲ ਬੈਨੀਫਿਟ ਆਉਣੇ ਸਟਾਰਟ ਹੋ ਜਾਂਦੇ ਆ। ਉਸ ਤੋਂ ਅਗਲੀ ਸਟੇਜ ਦੀ ਜੇ ਮੈਂ ਗੱਲ ਕਰਾਂ ਕਿ ਅੱਜ ਕੱਲ੍ਹ ਹਰ ਇੱਕ ਦੀ ਥਿੰਕਿੰਗ ਹੈ ਕਿ ਮੈਂ ਬਿਜ਼ਨਸ ਵੀ ਕਰਾਂ ਤੇ ਮੈਂ ਮਤਲਬ ਆਪਣੇ ਸ਼ੌਂਕ ਵੀ ਪੂਰੇ ਕਰਾਂ। ਮੈਂ ਫੋਰਨ ਜਾਂ ਮੈਂ ਜਿਵੇਂ ਮਨਾਲੀ ਜਾਂ ਮੈਂ ਮਹੀਨੇ ਦੇ ਬਾਅਦ ਕੋਈ ਟ੍ਰਿਪ ਇਦਾਂ ਦਾ ਫੈਮਿਲੀ ਨਾਲ ਪਲਾਨ ਕਰਾਂ, ਦੁਕਾਨ ਤੇ ਫਸਿਆ ਨਾ ਮਹਿਸੂਸ ਕਰਾਂ। ਇਹ ਸਭ ਤੋਂ ਵੱਡੀ ਮੈਂਟੈਲਿਟੀ ਲੋਕਾਂ ਦੀ ਹੈ। ਲੋਕ ਫੋਰਨ ਇਸੇ ਕਰਕੇ ਭੱਜਦੇ ਆ ਕਿ ਜਦੋਂ ਅਸੀਂ 2 ਮਹੀਨੇ ਵਾਸਤੇ ਜਾਂ 2 ਸਾਲ ਬਾਅਦ 2 ਮਹੀਨੇ ਵਾਸਤੇ ਆਵਾਂਗੇ, ਅਸੀਂ ਘੁੰਮਾਂਗੇ, ਅਸੀਂ ਆਪਣਾ ਪੈਸਾ ਲੋਕਾਂ ਨੂੰ ਦਿਖਾ ਸਕਾਂਗੇ, ਸਿਰਫ ਲੋਕ ਕਰ ਸਕੀਏ ਆਪਣੇ ਆਪ ਨੂੰ। ਬਿਜ਼ਨਸ ਦੇ ਵਿੱਚ ਲੋਕ ਕਿਉਂ ਫਸੇ ਹੋਏ ਆ ਕਿ ਲੋਕ ਇਸ ਤਰ੍ਹਾਂ ਦਾ ਆਪਣੇ ਆਪ ਨੂੰ ਸਮਾਰਟ ਵਰਕ ਕਰਨਾ ਹੀ ਨਹੀਂ ਚਾਹੁੰਦੇ। ਲੋਕ ਮਤਲਬ ਜੇ ਮੈਂ ਆਪਣੀ ਦੁਕਾਨ ਦੀ ਗੱਲ ਕਰਾਂ ਕਿ ਮੈਂ 2020 ਤੋਂ ਪਹਿਲਾਂ ਜਦੋਂ ਲੋਕਡਾਊਨ ਸੀਗਾ, ਮੈਂ ਵੀ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦਾ ਸੀਗਾ ਕਿਉਂਕਿ ਮੈਂ ਆਪਣੀ ਦੁਕਾਨ ਦਾ ਰੇਟ ਫਿਕਸ ਨਹੀਂ ਸੀਗਾ ਕੀਤਾ ਹੋਇਆ। ਜਦੋਂ ਤੁਸੀਂ ਰੇਟ ਫਿਕਸ ਕਰਦੇ ਹੋ, ਆਟੋਮੈਟਿਕ ਹੀ ਤੁਹਾਡਾ ਸਿਸਟਮ ਇਦਾਂ ਦਾ ਹੋ ਜਾਂਦਾ ਕਿ ਤੁਹਾਡਾ ਫੇਸ ਵੈਲਿਊ ਕੋਈ ਕਸਟਮਰ ਨੂੰ ਮਾਇਨੇ ਨਹੀਂ ਰੱਖਦੀ, ਕਿਉਂਕਿ ਤੁਹਾਡੀ ਮਤਲਬ ਬਾਰਗੇਨਿੰਗ ਖਤਮ ਹੋ ਗਈ ਤੇ ਤੁਸੀਂ 90% ਉਦੋਂ ਆਪਣੇ ਬਿਜ਼ਨਸ ਚੋਂ ਨਿਕਲ ਗਏ, ਕਿਉਂਕਿ ਤੁਸੀਂ ਨਹੀਂ ਵੀ ਬੈਠੇ ਹੋਗੇ ਤਾਂ ਤੁਹਾਡਾ ਆਟੋਮੈਟਿਕ ਬਿਜ਼ਨਸ ਚੱਲਣਾ ਸਟਾਰਟ ਹੋ ਜਾਏਗਾ। ਤੇ ਉਸ ਤੋਂ ਬਾਅਦ ਵਿੱਚ ਕੀ ਆ ਕਿ ਤੁਸੀਂ ਅੱਜ ਕੱਲ ਮਤਲਬ ਆਨਲਾਈਨ ਸਿਸਟਮ, ਇੰਨੇ ਐਂਡਰੋਇਡ ਸਿਸਟਮ ਸੌਫਟਵੇਅਰ ਹੈਗੇ ਅਵੇਲੇਬਲ ਆ ਕਿ ਤੁਸੀਂ ਅਗਰ ਉਹਨਾਂ ਨੂੰ ਆਪਣੀ ਸ਼ਾਪ ਦੇ ਉੱਤੇ ਇੱਕ ਛੋਟਾ ਜਿਹਾ ਕੰਪਿਊਟਰ ਲੈ ਕੇ ਤੁਸੀਂ ਆਪਣਾ ਸਾਰਾ ਜਿੰਨਾ ਵੀ ਸਟਾਕ ਉਹਦੇ ਵਿੱਚ ਐਡ ਕਰ ਦਿਓ ਤੇ ਤੁਸੀਂ ਇੱਕ ਛੋਟਾ ਜਿਹਾ ਦੇਖੋ, ਜੇ ਤਾਂ ਤੁਸੀਂ ਮਤਲਬ ਜਦੋਂ ਤੁਸੀਂ ਬਿਜ਼ਨਸ ਕਰਦੇ ਹੋ ਤੁਸੀਂ ਆਪਣੇ ਆਪ ਤੇ ਇਨਵੈਸਟ ਜੇ ਨਹੀਂ ਕਰਦੇ ਪਏ ਤਾਂ ਇੱਕ ਮੈਨੇਜਰ ਰੱਖ ਲਓ ਜਿਹਦੇ ਨਾਲ ਤੁਹਾਡੀ ਮਤਲਬ ਸਿਸਟਮ ਥੋੜਾ ਜਿਹਾ ਸੈੱਟ ਹੋ ਜਾਏ। ਉਹਦੇ ਨਾਲ ਕੀ ਹੋਏਗਾ, ਮੈਨੇਜਰ ਸਾਰਾ ਹੀ ਤੁਹਾਡਾ ਸਟਾਕ ਦੀ ਮਤਲਬ ਹਾਂਜੀ ਉਹ ਟੇਕ ਕੇਅਰ ਕਰੇਗਾ ਤੇ ਉਹਦੇ ਨਾਲ ਕੀ ਹੋਏਗਾ, ਤੁਸੀਂ ਟੋਟਲ ਬਰਡਨ ਸਾਰਾ ਹੀ ਖਤਮ ਹੋ ਜਾਏਗਾ। ਤੇ ਉਹਦੇ ਨਾਲ ਮੈਂ ਕਹਿੰਦਾ ਕਿ ਤੁਹਾਡੀ ਲਾਈਫ ਵੀ ਬਹੁਤ ਸਿਕਿਉਰ ਹੈ ਤੇ ਉਹ ਤੁਹਾਨੂੰ ਜਿੱਥੇ ਮਰਜ਼ੀ ਤੁਸੀਂ ਘੁੰਮ ਫਿਰ ਸਕਦੇ ਹੋ, ਤੁਸੀਂ ਆਪਣੀ ਫੈਮਿਲੀ ਨੂੰ ਵੀ ਟਾਈਮ ਦੇ ਸਕਦੇ ਹੋ। ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਅੱਜ ਤੋਂ 10-15 ਸਾਲ ਪਹਿਲਾਂ ਜਾਂ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਸਾਡੇ ਬਾਪ ਦਾਦੇ ਸੀ ਜਿਹੜੇ ਉਹ ਦੁਕਾਨ ਤੇ 14 ਤੋਂ 15 ਘੰਟੇ ਦਿੰਦੇ ਸੀ। ਬਿਲਕੁਲ। ਔਰ ਉਹ ਕਹਿੰਦੇ ਸੀ ਯਾਰ ਦੁਕਾਨਾਂ 'ਚ ਕੁਛ ਨਹੀਂ ਰੱਖਿਆ, ਦਿਹਾੜੀ ਵੀ ਨਹੀਂ ਨਿਕਲਦੀ ਤੇ ਨਾਲੇ ਸਾਰਾ ਦਿਨ ਸਾਨੂੰ ਬਹਿਣਾ ਪੈਂਦਾ ਹੈ। ਬਟ ਉਹ ਸਰ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਅੱਜ ਦੇ ਯੁੱਗ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਡੇ ਕੋਲ ਅਵੇਲੇਬਲ ਹੈਗੀਆਂ ਜਿਹਦੇ ਨਾਲ ਸਾਨੂੰ ਮਤਲਬ ਫਸਣ ਦੀ ਲੋੜ ਨਹੀਂ ਹੈਗੀ। We will not feel stranded because we have softwares, we have cameras and at the same time ਹਮੇ ਮਤਲਬ ਸਾਨੂੰ ਪ੍ਰਾਈਸਿਸ ਫਿਕਸ ਕਰ ਦੇਣੇ ਚਾਹੀਦੇ ਆ ਤੇ ਸਾਨੂੰ ਜੋ ਸਾਡੇ ਸੇਲਸਮੈਨ ਹੈਗੇ ਸਾਨੂੰ ਉਹਨਾਂ ਨੂੰ ਇਨਸੈਂਟਿਵ ਦੇਣੇ ਚਾਹੀਦੇ ਚੰਗੇ, ਜਿਹਦੇ ਨਾਲ ਉਹ ਕੰਮ ਚੰਗਾ ਕਰਨਗੇ ਤੇ ਤੁਹਾਨੂੰ ਬਿਜ਼ਨਸ ਤੇ ਜ਼ਿਆਦਾ ਲੁੱਕ ਆਫਟਰ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਆਪਣਾ ਮਤਲਬ ਇੰਜੋਏ ਕਰ ਸਕਦੇ ਲਾਈਫ ਨੂੰ, ਉਹ ਮਤਲਬ ਪੁਰਾਣੀ ਗੱਲਾਂ ਨਹੀਂ ਰਹਿ ਗਈਆਂ। ਬਿਲਕੁਲ ਸਰ। ਬਟ ਸਰ ਤੁਹਾਨੂੰ ਨਹੀਂ ਲੱਗਦਾ ਕਿਤੇ ਕਿ ਜੇ ਫਿਕਸ ਪ੍ਰਾਈਸ ਕਰ ਦਿੰਦੇ ਆ ਅਸੀਂ ਕਿਤੇ ਨਾ ਕਿਤੇ ਐਟ ਦੀ ਐਂਡ ਆਫ ਦ ਡੇ, ਕਿਉਂਕਿ ਜ਼ਿਆਦਾਤਰ ਜਿੰਨੇ ਵੀ ਕਸਟਮਰਸ ਆਉਂਦੇ ਆ ਮੋਸਟਲੀ ਨਾ ਕੀ ਚਾਹੁੰਦੇ ਆ ਕਿ ਅਸੀਂ ਨਾ ਥੋੜੀ ਬਾਰਗੇਨਿੰਗ ਕਰ ਲਈਏ, ਥੋੜਾ ਪ੍ਰਾਈਸ ਡਾਊਨ ਕਰਾ ਲੈਂਦੇ ਆ। ਇੱਕ ਜਦੋਂ ਫਿਕਸ ਪ੍ਰਾਈਸ ਹੋ ਜਾਂਦਾ ਕਸਟਮਰ ਨੂੰ ਲੱਗਦਾ ਕਿ ਹਾਂ ਇਹਨਾਂ ਦਾ ਰੇਟ ਕਾਫੀ ਹਾਈ ਹੋਣਾ ਤੇ ਫਿਕਸ ਪ੍ਰਾਈਸ ਕੀਤਾ ਇਹਨਾਂ ਨੇ ਘੱਟ ਵੱਧ ਵੀ ਨਹੀਂ ਕਰਨਾ, ਉਹਦੇ ਕਰਕੇ ਕਈ ਵਾਰੀ ਕਸਟਮਰ ਹੈਜ਼ਿਟੇਟ ਕਰ ਜਾਂਦਾ ਆਨ ਤੇ ਉੱਤੇ ਵੀ। ਉਹਦਾ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਉਹਦੇ ਡਰਾਬੈਕਸ ਵੀ ਹੋ ਜਾਂਦੇ ਆ? ਸਰ ਦੇਖੋ ਮੈਂ ਤੁਹਾਨੂੰ ਨਾ ਇੱਕ ਮਤਲਬ ਹਾਇਰ ਲੈਵਲ ਜੋ ਆਪਣੀ ਇੱਕ ਹਰ ਇੱਕ ਜਗ੍ਹਾ ਦੇ ਨਾ ABC ਸਿਸਟਮ ਚੱਲਦਾ ਹੁੰਦਾ। ਜਿਵੇਂ ਲਗਾ ਲਓ ਅਸੀਂ ਮਾਲ ਦੇ ਵਿੱਚ ਜਾਂਦੇ ਹਾਂ, ਉੱਥੇ ਸਾਨੂੰ ਪਤਾ ਕਿ ਹਾਇਰ ਫੈਮਲੀਆਂ ਜਾਂਦੀਆਂ, A ਕਲਾਸ ਫੈਮਲੀਆਂ ਅਸੀਂ ਉਹਨਾਂ ਨੂੰ ਉਹ ਕਹਿੰਦੇ ਆ। B ਦੇ ਵਿੱਚ ਅਸੀਂ ਮਿਡਲ ਕਲਾਸ ਟੋਟਲ ਆ ਜਾਂਦੇ ਹਾਂ। C ਕਲਾਸ ਦੇ ਵਿੱਚ ਅਸੀਂ ਜਿਵੇਂ ਮਜ਼ਦੂਰ ਜਾਂ ਦੂਸਰਾ ਜਾਂ ਹਨਾ ਇਸ ਤਰ੍ਹਾਂ ਦੀਆਂ ਕੈਟਾਗਰੀਆਂ ਆ ਜਾਂਦੀਆਂ, ਲੋਅਰ ਕਲਾਸ ਆ ਜਾਂਦੀ ਹੈ। ਬਟ ਜਿਹੜੀ 90% ਜਿਹੜੀ ਉਹ ਮਿਡਲ ਕਲਾਸ ਹੀ ਗਿਣੀ ਜਾਂਦੀ ਹੈ। ਮਤਲਬ ਸਾਡੇ ਲੋਕ ਵੀ ਚਾਹੁੰਦੇ ਆ ਕਿ ਕੁਝ ਐਸੀ ਇਸ ਤਰ੍ਹਾਂ ਦੀ ਜਗ੍ਹਾ ਜਾਈਏ ਕਿ ਜਿੱਥੇ ਸਾਨੂੰ ਚੀਪ ਐਂਡ ਬੈਸਟ ਮਿਲੇ।
ਉਹ ਅਗਰ ਤੁਸੀਂ ਮਤਲਬ ਦੇਖੋ ਹਾਂ ਮਤਲਬ ਜਦੋਂ ਤੁਸੀਂ ਕੋਈ ਕਿਸੇ ਵੀ ਆਪਣਾ ਕੋਈ ਸਮਾਨ ਵੇਚਦੇ ਪਏ ਹੋ, ਕੋਈ ਵੀ ਮਤਲਬ ਕੋਈ ਇਸ ਤਰ੍ਹਾਂ ਦਾ ਕੋਈ ਮੇਰੀ ਲਗਾ ਲਓ ਕਿ ਮੈਂ ਸ਼ਰਟ ਆ ਮਾਰਕੀਟ ਦੇ ਵਿੱਚ ਉਹੀ ਮਾਲ ਦੇ ਵਿੱਚ ਤੁਹਾਨੂੰ ਸੇਮ ਉਹ 1500 ਤੋਂ ਲੈ ਕੇ 2000 ਚ ਮਿਲਦੀ ਪਈ ਆ, ਮੈਂ ਉਹੀ ਜੇ ਮੈਂ 350 400 ਰੁਪਏ ਦੀ ਦੇਣਾ ਪਿਆ ਤੇ ਮੈਨੂੰ ਫਿਰ ਵੀ ਉਹਦੇ ਵਿੱਚ 50 ਰੁਪਏ ਬਚਦੇ ਪਏ ਆ, ਤੇ ਮਤਲਬ ਕਸਟਮਰ ਨੂੰ 50 ਰੁਪਏ ਦੇਣ ਨਾਲ ਕੋਈ ਫਰਕ ਨਹੀਂ ਪਏਗਾ। ਬਿਲਕੁਲ ਬਿਲਕੁਲ ਉਹਦੇ ਨਾਲ ਕੀ ਹੋ ਜਾਏਗਾ ਕਿ ਉਹਦੇ ਨਾਲ ਕਸਟਮਰ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰੀ ਹੋ ਸਕਦਾ ਕਿ ਉਹਨੂੰ ਮਹਿਸੂਸ ਹੋਵੇ ਕਿ ਮੈਂ ਦੇਖੋ ਮੈਨੂੰ ਇਹਨਾਂ ਬਾਰਗੇਨਿੰਗ ਨਹੀਂ ਕੀਤੀ, ਮੈਨੂੰ ਇਹਨਾਂ ਹੋ ਸਕਦਾ ਮਹਿੰਗਾ ਲਗਾਇਆ, ਉਹ ਜਦੋਂ ਮਾਰਕੀਟ ਦੇ ਵਿੱਚ ਘੁੰਮੇਗਾ ਤੇ ਆਟੋਮੈਟਿਕ ਉਹ ਤੁਹਾਨੂੰ 10 ਕਸਟਮਰ ਹੋਰ ਦੇਗਾ। ਮੇਰੇ ਅਕੋਰਡਿੰਗਲੀ ਸਰ ਮੈਂ ਸਰ ਦੀ ਗੱਲ ਤੋਂ ਬਿਲਕੁਲ ਐਗਰੀ ਹਾਂ, ਕਿਉਂਕਿ ਮੈਂ ਖੁਦ ਸ਼ਾਪਿੰਗ ਕਰਦਾ ਹਾਂ, ਔਰ ਜਦੋਂ ਆਪਾਂ ਇੱਕ ਸ਼ਾਪ ਤੇ ਜਾਂਦੇ ਆ ਮਤਲਬ ਇੱਕ ਟਾਈਮ ਖਰੀਦਿਆ ਆਪਾਂ, ਉਸ ਤੋਂ ਬਾਅਦ ਅਸੀਂ ਬਾਰਗੇਨਿੰਗ ਕਰਕੇ 200-300 ਰੁਪਏ ਘਟਾ ਲਿਆ ਮੰਨ ਲਓ, ਤੁਸੀਂ ਦੂਸਰੀ ਟਾਈਮ ਉਹ ਸ਼ਾਪ ਤੇ ਜਾਂਦੇ ਹੋ ਨਾ ਸ਼ਾਪਕੀਪਰ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਇਹ ਆ ਗਏ ਨੇ ਘੱਟ ਕਰਾਉਣੇ ਆ, 200-300 ਵੱਧ ਮੰਗ ਲਓ, 200-300 ਵੱਧ ਮੰਗ ਲਓ। ਸੋ ਇਹਦੇ ਚ ਓਨੈਸਟੀ ਜ਼ਿਆਦਾ ਸ਼ੋ ਹੁੰਦੀ, ਬੰਦੇ ਦੀ ਇੰਟੀਗ੍ਰਿਟੀ ਜ਼ਿਆਦਾ ਸ਼ੋ ਹੁੰਦੀ। ਮੇਰੇ ਖਿਆਲ ਨਾਲ ਇਹ ਆਈਡੀਆ ਬੈਸਟ ਹੈਗਾ, ਤੇ ਸ਼ਾਪਕੀਪਰ ਨੂੰ ਵੀ ਹੁੰਦਾ ਮੈਂ 50-100 ਆਪਣੇ ਬਚਾ ਕੇ ਤੇ ਜੋ ਮੈਂ ਕਸਟਮਰ ਦੇ ਪੱਲੇ ਪਾਉਣਾ ਮੈਂ ਪਾ ਦਵਾਂ। ਸੋ ਇਹ ਆਈਡੀਆ ਵਧੀਆ ਹੈਗਾ, ਇਹਦੇ ਨਾਲ ਖਪਤਮਾਰੀ ਵੀ ਘੱਟ ਹੀ ਹੁੰਦੀ ਆ, ਤੇ ਇਹ ਆਈਡੀਆ ਮੇਰੇ ਖਿਆਲ ਨਾਲ ਬੈਸਟ ਹੈ ਕਿਉਂਕਿ ਮੌਲ ਵੀ ਚੱਲਦਾ। ਦਿਸ ਇਜ਼ ਅ ਸੌਰਟ ਆਫ ਲਾਇਲਟੀ ਕਹਿ ਸਕਦੇ ਹਾਂ, ਕਸਟਮਰ ਦੇ ਰਿਲੇਟ ਦੇ ਵਿੱਚ ਇੱਕ ਲਾਇਲਟੀ ਆ ਜਾਂਦੀ ਹੈ, ਕਸਟਮਰ ਨੂੰ ਵੀ ਪਤਾ ਹੈ ਕਿ ਹਾਂ ਇਹਨੇ ਮੇਰੇ ਤੋਂ ਜ਼ਿਆਦਾ ਨਹੀਂ ਲੈਣੇ ਜਿੰਨੇ obvious ਜੀ ਗੱਲ ਹੈ। ਕੋਈ ਬਿਜ਼ਨਸ ਰਨ ਕਰ ਰਿਹਾ ਤਾਂ they also want to earn something on the other side if they just give a fixed price something on some product ਕਿ ਕਸਟਮਰ ਨੂੰ ਵੀ ਪਤਾ ਹੈ ਕਿ ਹਾਂ ਇਹਦੇ ਚ ਇੰਨਾ ਮਾਰਜਨ ਹੈਗਾ that no issue ਮੈਂ ਇੰਨਾ ਪੇ ਕਰ ਸਕਦਾ। on the other side if I just go to mall I have to pay more than that ਤੇ ਉਹ ਉਹਨਾਂ ਘੱਟ ਸਪੈਂਡ ਕਰਨਾ ਜ਼ਿਆਦਾ ਬੈਨੀਫਿਟ ਰਹੇਗਾ ਉਸ ਚੀਜ਼ ਨੂੰ, ਰਾਈਟ। ਸਰ ਮੈਂ ਮਤਲਬ ਤੁਹਾਡੇ ਕੋਲ ਬਿਲਕੁਲ ਸਿੰਪਲ ਤੋਂ ਸ਼ੁਰੂ ਕਰਦਾ ਹਾਂ, ਕਿਉਂਕਿ ਸਾਡੇ ਬਹੁਤ ਸਾਰੇ ਵਿਊਅਰਸ ਇਹ ਹੋਣਗੇ ਜਿਹੜੇ ਖੁਦ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ, ਠੀਕ ਹੈ। ਸਪੋਜ਼ ਮੈਂ +2 ਪਾਸ ਹੈਗਾ, ਠੀਕ ਹੈ, ਮੈਂ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ ਹਾਂ। ਸੋ ਕਿਹੜੀਆਂ ਚੀਜ਼ਾਂ ਬਿਗਨਿੰਗ ਸਾਨੂੰ ਕਰਨੀ ਚਾਹੀਦੀ ਹੈ ਬਿਜ਼ਨਸ ਸਟਾਰਟ ਕਰਨ ਲਈ, ਮਤਲਬ ਕਿਹੜੀਆਂ ਚੀਜ਼ਾਂ ਸਾਨੂੰ, ਕਿਹੜੇ ਰਿਸੋਰਸਿਸ ਚਾਹੀਦੇ ਆ, ਕਿਹੜੀ ਜੀ ਮੈਂਟੈਲਿਟੀ ਚਾਹੀਦੀ ਆ, ਕਿੰਨੀ ਇਨਵੈਸਟਮੈਂਟ ਹੋਣੀ ਚਾਹੀਦੀ ਆ, ਕਿੰਨੀ ਇਨਵੈਸਟਮੈਂਟ ਨਹੀਂ ਹੋਣੀ ਚਾਹੀਦੀ, ਨੈਗੇਟਿਵ ਕਮੈਂਟਸ ਜਿਹੜੇ ਲੋਕਾਂ ਤੋਂ ਮਿਲਦੇ ਉਹਨਾਂ ਨੂੰ ਨੈਗੇਟ ਕਿੱਦਾਂ ਕਰਨਾ, ਸਾਨੂੰ ਥੋੜਾ ਇਹਦੇ ਬਾਰੇ ਚਾਨਣਾ ਪਾਓ ਕਿਉਂਕਿ ਤੁਸੀਂ ਇਸ ਸਿਚੁਏਸ਼ਨ ਤੋਂ ਨਿਕਲ ਕੇ ਆਏ ਹੋ ਨੇ। ਸਰ ਮੈਂ ਸਭ ਤੋਂ ਪਹਿਲਾਂ ਤਾਂ ਇਹੀ ਕਹੂੰਗਾ ਕਿ ਮਤਲਬ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਸਟਾਰਟਿੰਗ ਕਰਨੀ ਆ ਤੁਹਾਨੂੰ ਉਹਦੀ ABC ਆਣੀ ਚਾਹੀਦੀ ਹੈ। ਓਕੇ, ਮਤਲਬ ਦੇਖੋ ਜਦੋਂ ਤੁਸੀਂ ਨੈਗੇਟਿਵ ਪਤਾ ਕਦੋਂ ਹੁੰਦੇ ਹੋ, ਜਦੋਂ ਤੁਹਾਨੂੰ ਉਹਦੀ ABC ਆਂਦੀ ਨਹੀਂ ਹੁੰਦੀ ਤੇ ਤੁਸੀਂ ਉਹਨੂੰ ਉਸ ਲਾਈਨ ਤੇ ਸਟਾਰਟ ਕਰਨਾ ਕੰਮ ਕਰ ਦਿੰਦੇ ਹੋ। ਉਹਦੇ ਨਾਲੋਂ ਬੈਟਰ ਇਹੀ ਹੈ ਕਿ ਲਗਾ ਲਓ ਤੁਸੀਂ ਰੈਸਟੋਰੈਂਟ ਲਾਈਨ ਦਾ ਹੀ ਕੰਮ ਕਰਨਾ ਸਟਾਰਟ ਕਰਨਾ ਚਾਹੁੰਦੇ ਹੋ, ਤੁਸੀਂ ਕਮ ਸੇ ਕਮ ਉੱਥੇ 3 ਤੋਂ 6 ਮਹੀਨੇ ਲਗਾਓ ਤੇ ਸਹੀ, ਤੁਸੀਂ ਉਸ ਕੰਮ ਦੇ ਉੱਤੇ ਜੌਬ ਤਾਂ ਕਰੋ। ਜੌਬ ਕਰਕੇ ਤੁਸੀਂ ਲਗਾ ਲਓ ਕਿ ਤੁਸੀਂ ਆਪਣਾ ਜੇ ਇੱਕ ਰੇੜੀ ਤੋਂ ਵੀ ਸਟਾਰਟ ਕਰਦੇ ਜੇ ਲਗਾ ਲਓ 50,000 ਲੱਖ ਰੁਪਇਆ ਤੁਸੀਂ ਉੱਤੇ ਲਾਉਂਦੇ ਹੋ, ਉਸ ਤੋਂ ਪਹਿਲਾਂ ਉਹਦੀ ਜੌਬ ਤਾਂ ਕਰਕੇ ਦੇਖੋ। ਤੁਹਾਨੂੰ ਵਰਕਿੰਗ ਤੁਸੀਂ ਖੁਦ ਹੋ ਸਕਦਾ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਮੈਂਟੈਲਿਟੀ ਇਦਾਂ ਦੀ ਹੋਵੇ ਕਿ ਮੈਂ ਮਤਲਬ ਲੇਬਰ ਤੋਂ ਕੰਮ ਕਰਾਉਣਾ ਚਾਹਾਂ, ਬਟ ਜੇ ਤੁਹਾਨੂੰ ਉਹਦੀ ABC ਨਾ ਆਉਂਦੀ ਹੋਊਗੀ ਤਾਂ ਇਹ ਲੇਬਰ ਤਾਂ ਫਿਰ ਜੋ ਮਰਜ਼ੀ ਤੁਹਾਡੀ ਕਰ ਦੇਗੀ ਉਹਦੇ 'ਚ। ਹਾਂਜੀ, ਲੇਬਰ ਤੋਂ ਫਿਰ ਤੁਸੀਂ ਆਪਣਾ ਹਿਸਾਬ ਕਿੱਦਾਂ ਲੈ ਪਾਓਗੇ? ਤੁਹਾਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਕਿਹੜੀ ਚੀਜ਼ ਕਿੱਦਾਂ ਯੂਜ਼ ਹੋ ਰਹੀ ਹੈ, ਕਿੰਨੀ ਕੁ ਕੁਆਲਿਟੀ ਇਹਦੇ ਵਾਸਤੇ ਚਾਹੀਦੀ। ਉਸ ਤੋਂ ਬਾਅਦ ਸਰ ਮੈਂ ਸੋਚਦਾ ਹਾਂ ਕਿ ਉਸ ਤੋਂ ਬਾਅਦ ਤੁਸੀਂ ਇਹ ਤੁਹਾਡੇ ਤੇ ਹੈ ਕਿ ਤੁਸੀਂ ਉਹਨੂੰ ਆਨਲਾਈਨ ਹੋ ਸਕਦਾ ਬਹੁਤ ਛੋਟੀ ਜਿਹੀ ਅਮਾਉਂਟ 'ਚ ਸਟਾਰਟ ਕਰ ਸਕਦੇ ਹੋ। ਜੇ ਤੁਸੀਂ ਰੇੜੀ ਤੋਂ ਵੀ ਸਟਾਰਟ ਕਰਦੇ ਹੋ ਤੇ 50,000 ਲੱਖ ਰੁਪਏ ਦੇ ਵਿੱਚ ਅੱਜ ਕੱਲ ਸਮਾਂ ਹੈਗਾ ਵਾ ਕਿ ਰੇੜੀ ਵੀ ਤੁਸੀਂ ਲਗਾਉਂਦੇ ਹੋ ਨਾ, ਤੁਸੀਂ ਅਟਰੈਕਟਿਵ ਹੋਣੇ ਚਾਹੀਦੇ ਹੋ। ਇਹ ਨਹੀਂ ਹੈ ਕਿ ਤੁਸੀਂ ਮਤਲਬ ਛੋਟੀ ਮੋਟੀ ਉਦਾਂ ਹੀ ਰੇੜੀ, ਕਿਉਂਕਿ ਅੱਜ ਤੱਕ ਤੁਸੀਂ ਆਪਣੇ ਯੂਪੀ ਬਿਹਾਰ ਤੋਂ ਵੀਰ ਛੋਟੇ ਮਤਲਬ ਆ ਰਹੇ ਆ, ਉਹਨਾਂ ਨੇ ਅਟਰੈਕਸ਼ਨ ਵਾਸਤੇ ਦੇਖੋ ਕਿੰਨਾ ਕੁਛ LEDs ਬਲਬ ਜਾਂ ਕੁਛ ਅਟਰੈਕਸ਼ਨ ਆ ਉਹਨਾਂ ਦੀ। ਤੁਹਾਨੂੰ ਲੱਗਦਾ ਕਿ ਉਹਨਾਂ ਦੀ ਇਨਕਮ 10-15 ਹਜ਼ਾਰ ਹੋਏਗੀ? 1.5 ਲੱਖ ਤੋਂ 2 ਲੱਖ ਰੁਪਇਆ ਉਹ ਇਨਕਮ ਮਹੀਨੇ ਦੀ ਮੰਥਲੀ ਕਮਾ ਰਹੇ ਆ। ਇੱਕ ਗੋਲ ਗੱਪੇ ਵਾਲਾ, ਇੱਕ ਦੂਸਰਾ ਉਹ ਵੀ 50,000 ਤੋਂ 60,000 ਰੁਪਏ ਮਹੀਨੇ ਚਾਂਪ ਵਾਲਾ ਜਾਂ ਗੋਲ ਗੱਪੇ ਵਾਲਾ, ਚਾਂਪ ਵਾਲਾ। ਮਤਲਬ ਉਹ ਦੇਖੋ ਤੁਹਾਡੇ ਤੇ ਵਰਕਿੰਗ ਤੇ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਵਰਕ ਕਰਦੇ ਪਏ ਹੋ। ਮਤਲਬ ਉਹੀ ਚੀਜ਼ ਆ ਜਾਂਦੀ ਕਿ ਐਟ ਦੀ ਐਂਡ ਆਫ ਦ ਡੇ ਜਿੰਨੇ ਵੀ ਕੋਈ ਵੀ ਬਿਜ਼ਨਸ ਕਰਨਾ ਦੇ ਹੈਵ ਟੂ ਐਕਸਪੀਰੀਅੰਸ ਦ ਥਿੰਗ ਫਰਸਟ। ਹਾਂਜੀ, ਉਹਦਾ ਐਕਸਪੀਰੀਅੰਸ ਲੈਣਾ ਪੈਣਾ ਪਹਿਲਾਂ ਉਸ ਚੀਜ਼ ਦੇ ਉੱਤੋਂ। ਜਦੋਂ ਐਕਸਪੀਰੀਅੰਸਡ ਹੋਏਗਾ ਉਹਨੂੰ ਪਤਾ ਹੋਏਗਾ ਕਿ ਹਾਂ ਆਪਣੀਆਂ ਪ੍ਰੋਬਲਮਸ ਫੇਸ ਕਰਦਾ ਆ, ਬਿਕੋਜ਼ ਲੇਬਰ ਇਜ਼ ਵੈਰੀ ਇੰਪੋਰਟੈਂਟ। ਜੇ ਕਿਸੇ ਬੰਦੇ ਨੇ ਕਿਸੇ ਲੇਬਰ ਦੇ ਉੱਤੇ ਕੰਮ ਕਰਨਾ ਆ, ਲੇਬਰ ਤੋਂ ਕੰਮ ਕਰਾਉਣਾ ਆ, ਬਟ ਉਹਨੂੰ ਉਸ ਚੀਜ਼ ਤੋਂ ਪਹਿਲਾਂ ਆਪ ਵੀ ਲੇਬਰ ਵਰਕ ਕਰਨਾ ਪਊਗਾ ਕਿ ਉਹਨੂੰ ਪਤਾ ਹੋਏਗੀ ਹਾਂ ਲੇਬਰਸ ਤੋਂ ਆਪਣੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਆ। ਇਨ ਫਿਊਚਰ ਜਦੋਂ ਬਿਜ਼ਨਸ ਸ਼ੁਰੂ ਕਰਦਾ ਹੈ, ਜਦੋਂ ਉਹਨੇ ਲੇਬਰ ਰੱਖੀ ਹੋਈ ਹੈ ਕਿ ਉਹਨੂੰ ਪਤਾ ਹੋਏਗਾ ਕਿ ਹਾਂ ਆਹ ਪ੍ਰੋਬਲਮ ਹੈ ਉਹਨੂੰ ਫੇਸ ਨਹੀਂ ਕਰਵਾਉਣੀ, ਫੇਰ ਹੀ ਉਹ ਸਟੇਬਿਲਿਟੀ ਆਉਂਦੀ ਹੈ ਇੱਕ ਬਿਜ਼ਨਸ ਦੇ ਵਿੱਚ। ਸੋ ਆਈ ਥਿੰਕ ਦਿਸ ਵਨ ਇਜ਼ ਅ ਗ੍ਰੇਟ ਆਪਸ਼ਨ ਫॉर एवरीवन ਕਿ the person who just want to run their own business, who just want to planning to run their own business, ਇੱਕ ਸਟੇਬਿਲਿਟੀ ਕਿੱਦਾਂ ਲਿਆਉਣੀ ਹੈ, ਕੋਈ ਬਿਜ਼ਨਸ ਕਿਵੇਂ ਸਟਾਰਟ ਕਰਨਾ ਹੈ। Self analyzation is very important in all sort of things according to my opinion. What do you think, sir? Yes, it's too important.
the first thing you have to work hard, you have to get an experience, then you start your business. ਅਸੀਂ ਬਹੁਤ ਸਾਰੇ ਲੋਕ ਇਦਾਂ ਕਰਦੇ ਹਾਂ ਕਿ ਅਸੀਂ ਸ਼ੁਰੂ ਤੋਂ ਹੀ ਮਤਲਬ ਦੁਕਾਨ ਤੇ ਇਕੱਲੇ ਦੇ ਬਹਿਣ ਦੀ ਕੋਸ਼ਿਸ਼ ਕਰਦੇ ਹਾਂ, ਵਿਚ ਇਜ਼ ਨਾਟ ਅ ਗੁੱਡ ਆਈਡੀਆ। ਜਿੱਦਾਂ ਸਾਨੂੰ ਸਰ ਨੇ ਸਮਝਾਇਆ ਕਿ ਮਤਲਬ ਪਹਿਲਾਂ ਖੁਦ ਤੋਂ ਐਕਸਪੀਰੀਅੰਸ ਲਓ, that will be too easy to start your business. You will definitely find some shortcomings if you will have in the future. You will able to resolve it out very soon. So that is why it's a key thing that you must be experienced. ਬਿਲਕੁਲ ਤਾਂ ਕਿ ਤੁਸੀਂ ਖੁਦ ਸਟੈਂਡ ਕਰ ਸਕੋ in those circumstances, in very hardcore circumstances ਤੁਸੀਂ ਮਤਲਬ ਆਪਣੇ ਨੂੰ ਸਰਵਾਈਵ ਕਰ ਸਕੋ। So it is ਸਟੇਬਿਲਿਟੀ ਸਟੇਬਲ ਕਰ ਸਕੋ ਆਪਣੇ ਆਪ stable ਨੂੰ, ਕਰ ਸਕੋ। ਇੱਕ ਕੌਨਫੀਡੈਂਸ ਹੋਏ ਤੁਹਾਡੇ 'ਚ ਵੀ ਹਾਂ ਮੈਂ ਕੰਮ ਕਰ ਸਕਦਾ ਹਾਂ। ਸੋ ਅਕੋਰਡਿੰਗ ਟੂ ਮਾਈ ਓਪੀਨੀਅਨ ਦਿਸ ਇਜ਼ ਆਲ ਅਬਾਊਟ ਦ ਟੂਡੇ ਵੀਡੀਓ, ਕਿ ਸਾਡਾ ਇੱਕ ਵੀਡੀਓ ਦਾ ਮੋਟਿਵ ਆਹੀ ਸੀਗਾ ਕਿ ਅਸੀਂ ਕਿਸ ਤਰ੍ਹਾਂ ਮੋਟੀਵੇਟ ਕਰਨਾ ਹੈ, ਕਿਸ ਤਰ੍ਹਾਂ ਲੋਕਾਂ ਨੂੰ ਦੱਸ ਸਕਦੇ ਹਾਂ ਕਿ ਹਾਂ ਇਫ ਦੇ ਜਸਟ ਵਾਂਟ ਟੂ ਸਟਾਰਟ देयर ਓਨ ਬਿਜ਼ਨਸ ਕਿੱਦਾਂ ਸਟੇਬਿਲਿਟੀ ਲਿਆ ਸਕਦੇ ਆ, ਨਾ ਕਿ ਬਾਹਰ ਜਾਣ ਤੇ ਬਾਹਰ ਜਾ ਕੇ ਵੀ ਦੇ ਜਸਟ ਵਾਂਟ ਟੂ ਵਰਕ ਐਜ਼ ਅ ਸਲੇਵ, ਬਟ ਓਵਰ ਹੇਅਰ ਦੇ ਜਸਟ ਵਾਂਟ ਟੂ ਬੀ देयर ਓਨ ਬੌਸ, ਹਾਊ ਦੇ ਕੈਨ ਰਨ देयर ਬਿਜ਼ਨਸ, ਹਾਊ ਦੇ ਕੈਨ ਇਨਵੈਸਟ ਔਨ देयर ਬਿਜ਼ਨਸ। ਸੋ these kind of things is very important nowadays. So I think ਮੇਰਾ ਇੱਕ ਕੁਐਸਚਨ ਹੈਗਾ ਯਾਰ, ਮਤਲਬ ਲਾਸਟ ਕੁਐਸਚਨ ਹੈ ਕਿ ਸਪੋਜ਼ ਇੱਕ ਮੈਂ ਮਤਲਬ ਮੇਰੇ ਕੋਲ ਦੋ ਆਪਸ਼ਨਸ ਅਵੇਲੇਬਲ ਹੈਗੀਆਂ, ਈਦਰ ਆਈ ਸ਼ੁਡ ਡੂ ਅ ਬਿਜ਼ਨਸ ਔਰ ਆਈ ਸ਼ੁਡ ਮੂਵ ਟੂ ਅਬਰੋਡ। ਸੋ ਜਿਹੜਾ ਮਤਲਬ ਇੱਥੇ ਕੰਮ ਬਿਜ਼ਨਸ ਕਰਨਾ ਉਹ ਇੱਕ ਫੀਅਰ ਹੈਗਾ ਮਨ ਦੇ ਵਿੱਚ, ਔਰ ਉੱਥੇ ਜਾ ਕੇ ਲਾਈਫ ਸੈਟਲ ਕਰਨੀ ਇੱਕ ਸਿਕਿਉਰਿਟੀ ਹੈ, ਵਿਚ ਇਜ਼ ਨਾਟ ਟਰੂ, ਇਟ ਇਜ਼ ਜਸਟ ਅ ਹਾਈਪੋਥੈਸਿਸ। ਸੋ ਵਾਟ ਡੂ ਯੂ ਥਿੰਕ, ਤੁਸੀਂ ਆਪਣੀ ਇਹ ਮਤਲਬ ਕੀ ਸੁਝਾਅ ਦਿਓਗੇ ਲੋਕਾਂ ਨੂੰ ਕਿ ਇਹ ਡਰ ਨੂੰ ਕਿਤਨਾ ਖਤਮ ਕੀਤਾ ਜਾਵੇ? ਸਰ ਦੇਖੋ, ਜਿਹੜਾ ਅਬਰੋਡ ਦਾ ਜਿਹੜਾ ਮਤਲਬ ਲੋਕਾਂ ਦੇ ਵਿੱਚ ਹੈਗਾ ਵਾ ਕਿ ਪਤਾ ਨਹੀਂ ਅਬਰੋਡ ਜਾ ਕੇ ਅਸੀਂ ਜਾਂਦੇ ਹੀ ਉਹ ਕਹਿੰਦੇ ਹੁੰਦੇ ਨਾ ਪੇਟ ਦੇ ਉੱਤੇ ਕੁਝ ਲੱਗਿਆ, ਫਲ ਲੱਗਿਆ ਤੇ ਮੈਨੂੰ ਤੋੜ ਕੇ ਪਿੱਛੇ ਵਾਪਸ ਭੇਜੀ ਨਾ, ਉਸ ਤਰ੍ਹਾਂ ਦਾ ਕਿਤੇ ਵੀ ਕੁਝ ਨਹੀਂ ਹੁੰਦਾ। ਜੇ ਤੁਸੀਂ ਇੰਡੀਆ ਦੇ ਵਿੱਚ ਵੀ ਬੈਠ ਕੇ ਤੁਸੀਂ ਵਧੀਆ ਤਰੀਕੇ ਨਾਲ ਕੰਮ ਕਰੋ ਤੇ ਮੈਨੂੰ ਨਹੀਂ ਲੱਗਦਾ, ਕਿਉਂਕਿ ਇਹ ਇੱਥੇ ਹੈਗੀ ਹੈ, ਇਹ ਹੈਗੀ ਹੈ ਤੁਹਾਡਾ ਮਾਈਂਡ ਵਰਕ। ਤੁਸੀਂ ਹਾਰਡ ਵਰਕ ਕਿਉਂ ਕਰਨਾ ਚਾਹੁੰਦੇ ਹੋ? ਉੱਥੇ ਤੁਹਾਡਾ ਮਤਲਬ ਮਾਈਂਡ ਨਹੀਂ ਕੰਮ ਕਰਦਾ, ਉੱਥੇ ਤੁਸੀਂ ਕਿਸੇ ਦੇ ਮਾਈਂਡ ਦੇ ਥੱਲੇ ਕੰਮ ਕਰਦੇ ਹੋ। ਮਤਲਬ ਉੱਥੇ ਇਹ ਮਤਲਬ ਇਹ ਹੈ ਕਿ ਮੈਂ ਇਹ ਨਹੀਂ ਕਹਿੰਦਾ ਕਿ ਅਬਰੋਡ ਜਾਣਾ ਗਲਤ ਹੈ ਜਾਂ ਕੁਛ ਹੈ, ਕਿਉਂਕਿ ਆਪਣੀ ਆਪਣੀ ਥਿੰਕਿੰਗ ਹੈ ਹਰ ਇੱਕ ਕਿਸੇ ਦੀ। ਅੱਜ ਕੱਲ੍ਹ ਕੀ ਹੈ, ਰਾਜਨੀਤਿਕ ਦੇ ਵਿੱਚ ਵੀ ਜਾਂ ਰਾਜਨੀਤੀ ਮਤਲਬ ਜੇ ਕੋਈ ਚੰਗਾ ਪੋਲੀਟੀਕਲ ਲੀਡਰ ਹੈ ਉਹ ਵੀ ਆਪਣੇ ਬੱਚਿਆਂ ਨੂੰ ਅਬਰੋਡ ਸੈਟਲ ਕਰਦਾ ਪਿਆ। ਜੇ ਇੱਥੇ ਮੈਂ ਦੇਖਦਾ ਵੱਡੇ ਵੱਡੇ ਆਫੀਸਰ ਆ, ਉਹਨਾਂ ਦੇ ਬੱਚੇ ਵੀ ਤੁਹਾਨੂੰ ਅਬਰੋਡ ਦੇ ਵਿੱਚ ਮਿਲਣਗੇ। ਮੈਂ ਇਹ ਨਹੀਂ ਕਹਿੰਦਾ ਕਿ ਸੈਟਲ ਨਹੀਂ ਹੋਣਾ ਚਾਹੀਦਾ, ਬਟ ਇੱਕ ਮਤਲਬ ਲੋਕਾਂ ਦਾ ਜਿਹੜਾ ਜਨੂਨ ਬਣਿਆ ਹੋਇਆ ਨਾ ਕਿ ਅਸੀਂ ਇੰਡੀਆ ਦੇ ਵਿੱਚ ਕੰਮ ਨਹੀਂ ਕਰ ਸਕਦੇ, ਉਹ ਇੱਕ ਬਹੁਤ ਗਲਤ ਹੈ। ਕਿ ਤੁਸੀਂ ਇੰਡੀਆ ਦੇ ਵਿੱਚ ਰਹਿ ਕੇ ਵੀ ਬਹੁਤ ਕੁਝ ਕਰ ਸਕਦੇ ਹੋ। ਸਿਰਫ ਅਸੀਂ ਜੇ ਲੋਕ ਅਬਰੋਡ ਜਾ ਰਹੇ ਆ ਨਾ, ਮੈਂ ਸੋਚਦਾ ਵਾਂ ਕਿਤੇ ਨਾ ਕਿਤੇ ਲੋਕ ਕੁਝ ਜਿਹੜੇ ਲੋਕ ਆ ਉਹ ਡਰ ਦੇ ਨਾਲ ਵੀ ਜਾ ਰਹੇ ਆ, ਕਿਉਂਕਿ ਸਾਡੇ ਇੰਡੀਆ ਦਾ ਲਾਅ ਚਲੋ ਹਰ ਇੱਕ ਕੰਟਰੀ ਦਾ ਹੁੰਦਾ, ਬਟ ਇੱਥੇ ਲਾਅ ਦਾ ਸਿਸਟਮ ਥੋੜਾ ਜਿਹਾ ਨੈਗੇਟਿਵ ਆ। ਇਸ ਕਰਕੇ ਥੋੜੇ ਜਿਹੇ ਲੋਕ ਜਿਹੜੇ ਉਧਰ ਪ੍ਰੈਸ਼ਰਾਈਜ਼ ਹੋ ਰਹੇ ਆ ਕਿ ਅਸੀਂ ਮਤਲਬ ਉਧਰ ਸੈਟਲ ਹੋਈਏ। ਬਾਕੀ ਇੱਥੋਂ ਨਾਲ ਜ਼ਿਆਦਾ ਸਟਰਗਲ ਆ, ਕਿਉਂਕਿ 20 ਤੋਂ 25 ਸਾਲ ਮੈਂ ਸੁਣਨ ਮੁਤਾਬਕ ਹੈ ਕਿ ਜੇ ਅਸੀਂ ਆਪਣਾ ਉਧਰ ਇੱਕ ਮਕਾਨ ਖਰੀਦਦੇ ਆ, ਆਪਣੀ ਸਾਰੀ ਇੱਕ ਜਾਣੇ ਦੀ ਲਾਈਫ ਜਿਹੜੀ ਉਹ ਸਾਰੀ ਨਿਕਲ ਜਾਂਦੀ ਹੈ ਟੋਟਲ। ਮਤਲਬ ਇੱਕ ਫੈਮਿਲੀ ਨੂੰ ਸਟਰਗਲ ਕਰਨੀ ਪੈਂਦੀ ਹੈ ਦੂਸਰੀ ਫੈਮਿਲੀ ਵਾਸਤੇ। ਦੂਸਰੀ ਫੈਮਿਲੀ ਆਂਦੀ ਆ, ਉਹਨਾਂ ਨੂੰ ਫਿਰ ਇੱਕ ਅਲੱਗ ਘਰ ਚਾਹੀਦਾ, ਉਹਨਾਂ ਨੂੰ ਫਿਰ ਸਟਾਰਟਿੰਗ ਤੋਂ ਸਟਰਗਲ ਆ। ਸਾਡੇ ਇੰਡੀਆ ਦੇ ਵਿੱਚ ਸਭ ਤੋਂ ਬੈਸਟ ਇਹ ਹੈ ਕਿ ਸਾਨੂੰ ਇੱਥੇ ਸਭ ਤੋਂ ਮੇਨ ਮਤਲਬ ਜਿਹੜਾ ਵਾ ਕਿ ਇੱਥੇ ਤੁਹਾਨੂੰ ਇੰਨਾ ਬਹੁਤੇ ਜ਼ਿਆਦਾ ਟੈਕਸ ਨਹੀਂ ਦੇਣੇ ਪੈਂਦੇ ਗਵਰਨਮੈਂਟ ਨੂੰ। ਉੱਥੇ ਜਿਹੜੇ ਆ 40 ਤੋਂ 50% ਜਿਹੜੇ ਟੈਕਸ ਆ ਉਹ ਤੁਹਾਡੀ ਗਵਰਨਮੈਂਟ ਹੀ ਲੈ ਜਾਂਦੀ ਹੈ। ਫਿਰ ਤੁਹਾਨੂੰ ਉਹ ਜਿਹੜੇ ਨਾ ਉਹ 10 ਤੋਂ 15 ਸਾਲ ਬਾਅਦ ਜਾ ਕੇ ਤੁਹਾਨੂੰ ਉਸ ਚੀਜ਼ ਦਾ ਸਫਰ ਹੁੰਦਾ ਕਿ ਯਾਰ ਮੈਂ ਜੇ ਵਾਕਈ ਇੰਡੀਆ ਦੇ ਵਿੱਚ ਹੁੰਦਾ ਤੇ ਮੇਰਾ ਬਹੁਤ ਕੁਝ ਹੋਣਾ ਸੀ। ਉੱਥੇ ਸਿਰਫ ਤੁਸੀਂ ਇੱਕ ਮਕਾਨ ਦੇ ਨਾਲ ਸਾਰੀ ਲਾਈਫ ਕੱਢ ਦਿੰਦੇ ਹੋ। ਇੱਥੇ ਤੁਸੀਂ ਬਿਜ਼ਨਸ ਕਰਦੇ ਹੋ, ਤੁਸੀਂ ਆਪਣੀਆਂ ਸ਼ਾਪਸ ਖਰੀਦ ਸਕਦੇ ਹੋ, ਇੱਥੇ ਤੁਸੀਂ ਇਦਾਂ ਦੇ ਐਸੈਟਸ ਖਰੀਦ ਸਕਦੇ ਹੋ ਕਿ ਜਿਹਦੇ ਨਾਲ ਤੁਹਾਨੂੰ ਬੈਕਅਪ ਕਿਰਾਇਆ ਆਉਣਾ ਸਟਾਰਟ ਹੋ ਜਾਂਦਾ ਹੈ, ਰੈਂਟ ਤੇ ਕੋਈ ਚੀਜ਼ਾਂ ਦੇਣੀਆਂ ਸਟਾਰਟ ਕਰ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਤੁਸੀਂ ਇੱਕ ਜਗ੍ਹਾ ਤੇ ਤੁਸੀਂ ਬਿਜ਼ਨਸ ਕੀਤਾ ਤੇ ਤੁਸੀਂ ਦੂਸਰੀ ਜਗ੍ਹਾ ਤੇ ਹੋਰ ਕੋਈ ਬਿਜ਼ਨਸ ਨਹੀਂ ਕਰ ਸਕਦੇ। ਬਟ ਜਿਹੜਾ ਉਹ ਫੋਰਨ ਦੇ ਵਿੱਚ ਜਾ ਕੇ ਜਦੋਂ ਤੁਸੀਂ ਜੌਬ ਦੇ ਵਿੱਚ ਪੈ ਜਾਂਦੇ ਹੋ, ਉਦੋਂ ਤੁਹਾਡੀ ਸੋਚ ਖਤਮ ਹੋ ਜਾਂਦੀ, ਕਿਉਂਕਿ 10 ਤੋਂ 12 ਘੰਟੇ ਤੁਹਾਨੂੰ ਦੇਣੇ ਪੈਂਦੇ ਆ, ਸੌਣ ਵਾਸਤੇ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ। ਹਾਂਜੀ, ਤੇ ਸੋ ਇਹਦੇ ਕਰਕੇ ਮੈਂ ਮਤਲਬ ਮੇਰੀ ਸੋਚ ਇਹੀ ਹੈ ਕਿ ਇੰਡੀਆ ਦੇ ਵਿੱਚ ਰਹਿ ਕੇ ਬਿਜ਼ਨਸ ਵਧੀਆ ਤਰੀਕੇ ਨਾਲ ਕੀਤਾ ਜਾਵੇ ਤੇ ਬਹੁਤ ਵਧੀਆ। ਅਸੀਂ ਅੰਮ੍ਰਿਤਸਰ ਤੋਂ ਇੱਥੇ ਪੱਟੀ ਸ਼ਹਿਰ ਦੇ ਵਿੱਚ ਆਏ ਹਾਂ, ਛੋਟਾ ਜਿਹਾ ਕਸਬਾ ਆ, ਔਰ ਅਸੀਂ ਇਸ ਕਰਕੇ ਇਹਨਾਂ ਦੀ ਇੰਟਰਵਿਊ ਲੈ ਰਹੇ ਹਾਂ ਕਿਉਂਕਿ ਇਹਨਾਂ ਨੇ ਕੁਝ ਅਚੀਵ ਕੀਤਾ ਆਪਣੀ ਲਾਈਫ ਦੇ ਵਿੱਚ। ਇਹਨਾਂ ਦਾ ਬਹੁਤ ਵਧੀਆ ਬਿਜ਼ਨਸ ਚੱਲ ਰਿਹਾ ਸਰ ਦਾ, ਔਰ ਇਹਨਾਂ ਨੇ ਪ੍ਰੋਪਰਟੀਜ਼ ਵੀ ਖਰੀਦੀਆਂ, ਆਪਣਾ ਬਹੁਤ ਸਕਸੈਸਫੁਲ ਲਾਈਫ ਜੀ ਰਹੇ ਆ। ਦੈਟ ਇਜ਼ ਵਾਈ ਅਸੀਂ ਇੱਥੇ ਆਏ ਹਾਂ। ਅਸੀਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਮੋਟੀਵੇਟ ਕਰ ਸਕੀਏ ਕਿ ਤੁਸੀਂ ਇੱਥੇ ਬਿਜ਼ਨਸ ਕਰਕੇ ਵੀ ਸਭ ਕੁਝ ਅਚੀਵ ਕਰ ਸਕਦੇ ਹੋ। ਔਰ ਇਹਨਾਂ ਨੇ ਪ੍ਰੂਵ ਕਰਕੇ ਦਿਖਾਇਆ ਹੈ। ਅੱਜ ਤੋਂ 10-12 ਸਾਲ ਪਹਿਲਾਂ ਇਹਨਾਂ ਨੂੰ ਵੀ ਇੱਕ ਮਤਲਬ ਸਿਵਿਰਿਟੀ ਸੀ ਜਾਂ ਈਗਰਨੈਸ ਸੀ ਕਿ ਮੈਂ ਬਾਹਰ ਜਾਣਾ ਹੈ, ਬਟ ਉਹ
ਪਲਾਨ ਇਹਨਾਂ ਦਾ ਪਤਾ ਨਹੀਂ ਅਨਫੋਰਚੂਨੇਟਲੀ ਜਾਂ ਫੋਰਚੂਨੇਟਲੀ ਡਿਕਲਾਈਨ ਹੋ ਗਿਆ, ਔਰ ਇਹਨਾਂ ਨੇ ਇੱਥੇ ਹਾਰਡ ਵਰਕ ਕੀਤਾ ਔਰ ਸਮਾਰਟ ਵਰਕ ਕੀਤਾ, ਜਿਹੜਾ ਕਿ ਪੋਸੀਬਲ ਨਹੀਂ ਹੈਗਾ ਇਨ ਅਬਰੋਡ, ਮਤਲਬ ਜ਼ਿਆਦਾ ਪੋਸੀਬਲ ਨਹੀਂ ਹੈਗਾ, ਇੱਥੇ ਜ਼ਿਆਦਾ ਪੋਸੀਬਲ ਹੈ। ਇਹਨਾਂ ਨੇ ਕੀਤਾ, ਇਹਨਾਂ ਨੇ ਅਚੀਵ ਕੀਤਾ ਬਹੁਤ ਜ਼ਿਆਦਾ, ਔਰ ਅੱਜ ਸਕਸੈਸਫੁਲ ਲਾਈਫ ਜੀ ਰਹੇ ਆ, ਔਰ ਆਪਣਾ ਬਿਜ਼ਨਸ ਨੂੰ ਗਰੋ ਕਰਨ ਦੀ ਵੀ ਸੋਚ ਰਹੇ ਆ। ਇਹਨਾਂ ਨੇ ਬਹੁਤ ਜ਼ਿਆਦਾ ਪ੍ਰੋਪਰਟੀ ਵੀ ਇੱਥੇ ਵਧੀਆ ਬਣਾਈ ਆ, ਔਰ ਬੜੀ ਹੈਪੀ ਲਾਈਫ ਜੀ ਰਹੇ ਆ ਆਪਣੇ ਫੈਮਿਲੀ ਦੇ ਨਾਲ, ਆਪਣੇ ਬੱਚੇ ਦੀ ਟੇਕ ਕੇਅਰ ਕਰ ਰਹੇ ਆ। ਸੋ ਤੁਸੀਂ ਇਹ ਚੀਜ਼ਾਂ ਨਾ ਮਿਸ ਕਰੋ ਪਲੀਜ਼, ਤੁਸੀਂ ਆਪਣੇ ਫੈਮਲੀਜ਼ ਦੇ ਨਾਲ ਰਹੋ ਔਰ ਇੰਜੋਏ ਕਰੋ, ਠੀਕ ਹੈ। ਸਾਡਾ ਇਹੀ ਮੋਟਿਵ ਸੀ, ਇਸ ਮੋਟਿਵ ਦੇ ਨਾਲ ਅਸੀਂ ਵੀਡੀਓ ਐਂਡ ਕਰਦੇ। ਆਈ ਥਿੰਕ ਸਰ ਦੈਟਸ ਇਨਫ। that's enough. Okay. Thank you so Thank much. you so much. And thank you for watching this video. If you like our video, please don't forget to subscribe it and like it, and you can share with the